ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ, ਮੇਰੇ ਨਾਲ ਰਵਿੰਦਰ ਸਿੰਘ ਜੀ। ਹੁਣ ਤੱਕ ਤੁਸੀਂ ਸਾਨੂੰ ਦੋਨਾਂ ਨੂੰ ਇੱਕ ਅਲੱਗ ਮੈਥਡ ਦੇ ਥਰੂ ਸਾਨੂੰ ਜਿਹੜੀ ਗੱਲਬਾਤ ਕਰਦਿਆਂ ਸੁਣਿਆ ਹੋਣਾ। ਇੰਟਰਨੈਟ ਦੇ ਥਰੂ ਅਸੀਂ ਜਿਹੜੇ ਆ ਇੱਕ ਦੂਜੇ ਨਾਲ ਤਾਲਮੇਲ ਕਾਇਮ ਕਰਦੇ ਸੀਗੇ, ਕਿਉਂਕਿ ਇਹ ਸਾਊਥ ਅਫਰੀਕਾ ਸੀਗੇ ਅਤੇ ਮੈਂ ਇੰਡੀਆ ਦੇ ਵਿੱਚ ਪਟਿਆਲੇ ਦੇ ਵਿੱਚ ਸੀ। ਅੱਜ ਅਸੀਂ ਬਿਲਕੁਲ ਨਾਲ ਬੈਠੇ ਹਾਂ, 1 to 1 ਗੱਲ ਕਰ ਰਹੇ ਹਾਂ। ਅਤੇ ਅੱਜ ਅਸੀਂ ਜਿਹੜਾ ਵਿਸ਼ਾ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਇੱਕ ਵਿਸ਼ਾ ਨਹੀਂ ਹੈ, ਉਹ ਮਲਟੀਪਲ ਵਿਸ਼ੇ ਨੇ। ਉਹਦੇ ਵਿੱਚ ਅਸੀਂ ਉਹ ਸਵਾਲ ਜਿਹੜੇ ਦਰਸ਼ਕਾਂ ਦੇ ਜਿਹੜੇ ਸਾਨੂੰ ਪੁੱਛੇ ਗਏ ਨੇ, ਦਰਸ਼ਕਾਂ ਵੱਲੋਂ ਸਾਨੂੰ ਪੁੱਛੇ ਗਏ ਨੇ, ਅਤੇ ਉਹ ਸਵਾਲ ਦੇ ਉੱਤੇ ਪੂਰੀ ਵੀਡੀਓ ਨਹੀਂ ਬਣਦੀ ਸੀ ਜਾਂ ਫਿਰ ਪੂਰੀ ਵੀਡੀਓ ਬਣਾਉਣ ਨੂੰ ਅਜੇ ਟਾਈਮ ਸੀ। ਪਰ ਮੈਂ ਚਾਹੁੰਦਾ ਸੀਗਾ ਕਿ ਰਵਿੰਦਰ ਸਿੰਘ ਜੀ ਹੁਣ ਮੇਰੇ ਨਾਲ 1 to 1 ਹੈਗੇ ਨੇ, ਇਸ ਕਰਕੇ ਕਿਉਂ ਨਾ ਇਹਨਾਂ ਤੋਂ 1 to 1 ਆਪਾਂ ਫਟਾਫਟ ਉਹ ਸਵਾਲਾਂ ਦਾ ਜਵਾਬ ਤਾਂ ਲੈ ਹੀ ਲਈਏ। ਅਤੇ ਅੱਜ ਅਸੀਂ ਮਲਟੀਪਲ ਇਸ਼ੂਜ਼ ਦੇ ਉੱਤੇ ਗੱਲ ਕਰਾਂਗੇ ਅਤੇ ਅਲੱਗ ਵਿਸ਼ਿਆਂ ਦੇ ਉੱਤੇ ਆਪਾਂ ਇਹਨਾਂ ਦੀ ਐਕਸਪਰਟ ਰਾਏ ਲਵਾਂਗੇ। ਰਵਿੰਦਰ ਸਿੰਘ ਜੀ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਸਭ ਨੂੰ। ਸਤਿ ਸ਼੍ਰੀ ਅਕਾਲ ਜੀ। ਰਵਿੰਦਰ ਸਿੰਘ ਜੀ, ਸਵਾਲ ਨੰਬਰ 1, ਵੈਰੀਕੋਜ਼ ਵੇਨ ਯਾਨੀ ਕਿ ਜਿਹੜਾ ਆਪਣਾ ਲੱਤਾਂ ਦੇ ਨਾੜੀਆਂ ਦਾ ਗੁੱਛਾ ਬਣ ਜਾਂਦਾ, ਹਰੇ ਰੰਗ ਦਾ ਕਹਿ ਸਕਦੇ ਹਾਂ ਆਪਾਂ ਉਹਨੂੰ, ਨੀਲੇ ਰੰਗ ਦਾ ਕਹਿ ਸਕਦੇ ਹਾਂ ਉਹਨੂੰ, ਇਹ ਕੀ ਚੀਜ਼ ਹੈ? ਅਤੇ ਵੈਰੀਕੋਜ਼ ਵੇਨ ਜਿਹੜੀਆਂ ਨੇ ਇਹਨੂੰ ਜੇ ਆਪਾਂ ਘਰ ਬੈਠੇ ਹੀ ਠੀਕ ਕਰਨਾ ਹੋਵੇ ਤਾਂ ਇਹਦੇ ਲਈ ਆਪਾਂ ਨੂੰ ਕੀ ਕਰਨਾ ਹੋਵੇਗਾ? ਹਾਂਜੀ, ਇਹਨਾਂ ਨੂੰ ਸਪਾਈਡਰ ਵੇਨਸ ਵੀ ਕਹਿੰਦੇ ਆ, ਕਿਉਂਕਿ ਉਹ ਲੱਗਦਾ ਜਿਵੇਂ ਉਹਦਾ ਜਾਲਾ, ਮੱਕੜੀ ਦਾ ਜਾਲਾ ਹੈ। ਇਹ ਬੇਸਿਕਲੀ ਆਪਣੀ ਬੋਡੀ 'ਚ ਹਾਰਟ ਪਹਿਲਾਂ ਬਲੱਡ ਨੂੰ ਪੰਪ ਕਰਕੇ ਭੇਜਦਾ, ਫਿਰ ਬਲੱਡ ਵਾਪਸ ਆਉਂਦਾ। ਉਹਨਾਂ ਦੋਨਾਂ ਨੂੰ ਇੱਕ ਨਾੜੀ ਨੂੰ ਕੁਛ ਹੋਰ ਕਹਿੰਦੇ, ਇੰਗਲਿਸ਼ ਨੂੰ ਕੁਛ ਹੋਰ ਕਹਿੰਦੇ, ਆਪਾਂ ਉਹਦੇ 'ਚ ਨਹੀਂ ਜਾਂਦੇ। ਇਹ ਵਾਪਸ ਆਉਣ ਦੀ ਪ੍ਰੋਬਲਮ ਹੈ ਅਤੇ ਜ਼ਿਆਦਾਤਰ ਲੱਤਾਂ 'ਚ ਕਿਉਂ ਹੈ? ਦੇਖੋ, ਸਭ ਤੋਂ ਦੂਰ ਹੈ ਇਹ ਹਾਰਟ ਤੋਂ, ਅਤੇ ਦੂਜੀ ਗੱਲ ਇਹ ਗ੍ਰੈਵਿਟੀ ਦੇ ਅਗੇਂਸਟ ਹੈ। ਉਰੇ ਹਾਰਟ ਨੇ ਬਲੱਡ ਭੇਜਣ ਵੇਲੇ ਔਖਾ ਹੋਣਾ, ਆਉਣ ਲੱਗੇ ਤਾਂ ਗ੍ਰੈਵਿਟੀ ਨੇ ਨੀਚੇ ਜਾਣਾ। ਉਰੇ ਭੇਜਣ ਲੱਗੇ ਕੁਛ ਵੀ ਨਹੀਂ ਲੱਗਣਾ, ਆਉਣ ਲੱਗੇ ਜ਼ੋਰ ਲੱਗਦਾ। ਅਤੇ ਅਗਰ ਉਹ ਜ਼ੋਰ 'ਚ ਪ੍ਰੋਬਲਮ ਆ ਜਾਏ, ਬਲੱਡ 'ਚ ਪ੍ਰੋਬਲਮ ਆ ਜਾਏ ਜਾਂ ਕਿੱਥੇ ਪ੍ਰੋਬਲਮ ਆ ਉੱਥੇ ਪਹੁੰਚਦੇ ਆ, ਇਹ ਤਾਂ ਲੱਤਾਂ 'ਚ ਹਰੇ ਰੰਗ ਦੀਆਂ ਗੁੱਛੇ ਇਕੱਠੇ ਹੋ ਜਾਂਦੇ ਆ। ਅਤੇ ਬੜੀ ਹੈਰਾਨੀ ਦੀ ਗੱਲ ਹੈ, ਇਹ ਲਿਵਰ ਦੀ ਪ੍ਰੋਬਲਮ ਹੈ। ਇਹ ਅਸੀਂ ਜਦ ਵੀ ਲਿਵਰ ਨੂੰ ਹੈਂਡਲ ਕਰਿਆ, ਇਹ ਪ੍ਰੋਬਲਮ ਨਾਲ ਦੀ ਨਾਲ ਚਲੀ ਜਾਂਦੀ ਹੈ। ਇਹ ਜਿਹੜਾ ਬੈਕਅਪ ਫਲੂਇਡ ਬਣਦਾ, ਉਹਦੀ ਬਲੋਕੇਜ ਇੱਕ ਤਰ੍ਹਾਂ ਦੀ, ਕਿ ਬੈਕਅਪ ਦੀ ਬਲੋਕੇਜ ਹੋਣ ਲੱਗ ਗਈ, ਤਾਂ ਹੀ ਤਾਂ ਬਲੋਕ ਹੈ ਨਾ, ਦਿਖ ਰਿਹਾ ਉਹ। ਅਗਰ ਉਹ ਤੁਰਦਾ ਹੁੰਦਾ, ਉਹ ਖੂਨ ਹੈ। ਜੇ ਉਹ ਤੁਰਦਾ ਹੋਵੇ ਫਿਰ ਤਾਂ ਦਿਖੇ ਨਾ ਰੰਗ ਉੱਥੇ, ਜਿਵੇਂ ਆਪਣੇ ਨੀਲ ਪੈਂਦਾ, ਉਹ ਨੀਲ ਵੀ ਤਾਂ ਇੱਕ ਚੀਜ਼ ਖੜ੍ਹ ਗਈ ਉੱਥੇ ਸੱਟ ਲੱਗੀ। ਇਹ ਉਹ ਵੀ ਇੱਕ ਚੀਜ਼ ਦੀ ਬੈਕਅਪ ਫਲੂਇਡ ਹੈ। ਇਹ ਖਰਾਬ ਹੈ, ਇਹ ਅੱਛਾ ਸਾਈਨ ਹੈ, ਬਹੁਤ ਬੁਰਾ ਸਾਈਨ ਹੈ। ਇਹਨੂੰ ਸਿਰਫ ਅਸੀਂ ਲਿਵਰ ਨੂੰ ਤੰਦਰੁਸਤ ਕਰਕੇ ਸੈੱਟ ਕਰ ਲੈਂਦੇ ਹਾਂ। ਅਤੇ ਇਹਦੇ ਨਾਲ ਜਦੋਂ ਇਹ ਸਮੱਸਿਆ ਆਉਂਦੀ ਹੈ ਤਾਂ ਬੰਦੇ ਦੀ ਬੋਡੀ ਦੇ ਵਿੱਚ ਹੁੰਦਾ ਕੀ ਹੈ? ਪੇਨ ਹੁੰਦੀ ਹੈ ਜਾਂ ਕੀ ਕੁਛ ਹੋਰ ਹੁੰਦਾ? ਨਹੀਂ, ਅਸਲ ਤਾਂ ਦੇਖਣ 'ਚ ਬਹੁਤ ਮਾੜਾ ਹੈ। ਇਹਦੀ ਪੇਨ ਕੋਈ ਨਹੀਂ ਹੁੰਦੀ। ਅਗਰ ਪੇਨ ਹੋਣ ਲੱਗੀ ਫਿਰ ਗੱਲ ਬੋਡੀ ਸੀਰੀਅਸ ਹੋ ਗਈ। ਵੈਸੇ ਤਾਂ ਅੱਜ ਤੱਕ ਮੈਨੂੰ ਕਿਸੇ ਨੇ ਨਹੀਂ ਕਿਹਾ ਪੇਨ ਹੁੰਦੀ ਹੈ। ਸਭ ਤੋਂ ਗੰਦੀ ਗੱਲ ਉਹ ਲੱਗਦੀ ਹੈ ਕਿ ਇਹ ਦੇਖਣ 'ਚ ਬਹੁਤ ਭੈੜੀ ਲੱਗਦੀ ਹੈ। ਹਾਂਜੀ, ਉਹ ਐਂ ਲੱਗਦਾ ਕਿ ਮੈਨੂੰ ਕੋਈ ਸੀਰੀਅਸ ਬਿਮਾਰੀ ਹੋ ਗਈ ਹੁੰਦੀ ਹੈ। ਉਹ ਹੈ ਗੱਲ ਸੀਰੀਅਸ, ਮਗਰ ਉਹ ਸੀਰੀਅਸ 'ਚ ਕਨਵਰਟ ਹੋਣ ਤੋਂ ਪਹਿਲਾਂ ਫੜ ਲੈਣੀ ਚਾਹੀਦੀ ਹੈ। ਇਹਦਾ ਇਲਾਜ ਬਹੁਤ ਸਿੰਪਲ ਹੈ। ਇਹਦਾ ਪਹਿਲਾ ਇਲਾਜ ਉਹੀ, ਜਿਵੇਂ ਮੈਂ ਦੱਸਦਾ, ਸ਼ੂਗਰ ਕਾਰਬੋਹਾਈਡਰੇਟ ਛੱਡ ਕੇ ਕੋਸ਼ਿਸ਼ ਕਰਨੀ ਹੈ 1 ਮੀਲ ਅ ਡੇ 'ਤੇ ਆ ਜਾਓ। ਅਤੇ ਨਾਲ ਮਿਲਕ ਥਿਸਲ ਇਸ 'ਚ ਬਹੁਤ ਹੈਲਪ ਕਰੇਗਾ, ਕਿਉਂਕਿ ਮਿਲਕ ਥਿਸਲ ਲਿਵਰ ਨੂੰ ਕਲੀਨ ਕਰਨ 'ਚ ਹੈਲਪ ਕਰਦਾ। ਇਹ ਸਾਰੀ ਪ੍ਰੋਬਲਮ ਹੈ ਲਿਵਰ ਦੀ ਹੈ। ਤਾਂ ਇਸ 'ਚ ਐਕਸਰਸਾਈਜ਼ ਆਟੋਮੈਟਿਕਲੀ ਤੁਹਾਡੇ ਕਾਰਡੀਓਵੈਸਕੂਲਰ ਸਿਸਟਮ ਨੂੰ ਤੰਦਰੁਸਤ ਕਰਦੀ ਹੈ। ਕਿਉਂਕਿ ਦੇਖੋ, ਕੰਮ ਕੀ ਹੈ? ਬਲੱਡ ਭੇਜਣਾ ਅਤੇ ਬਲੱਡ ਮੰਗਾਉਣਾ। ਭੇਜਣ 'ਚ ਦਿੱਕਤ ਨਹੀਂ ਆ ਰਹੀ, ਮੰਗਾਉਣ 'ਚ ਦਿੱਕਤ ਆ ਰਹੀ ਹੈ। ਜਦ ਵੀ ਤੁਸੀਂ ਕਾਰਡੀਓਵੈਸਕੂਲਰ, ਮਤਲਬ ਉਹ ਹੁੰਦਾ ਕੋਈ ਵੀ ਜਿਹੜੀ ਐਕਸਰਸਾਈਜ਼ ਜਿਹਦੇ ਨਾਲ ਸਾਹ ਤੇਜ਼ ਹੋਵੇ, ਦਿਲ ਦੀ ਧੜਕਨ ਤਿੱਖੀ ਹੋਵੇ, ਵਧੇ, ਇਹ ਉਹਨੂੰ ਸੋਲਵ ਕਰ ਦੂਗਾ। ਅਤੇ ਇਹਦੇ 'ਚ ਵਿਟਾਮਿਨ ਸੀ ਬਹੁਤ ਹੈਲਪ ਕਰਦਾ। ਉਹ ਕਿਉਂ? ਵਿਟਾਮਿਨ ਸੀ ਲਿਵਰ ਨੂੰ ਬਹੁਤ ਜ਼ਿਆਦਾ ਚਾਹੀਦਾ ਹੁੰਦਾ। ਤਾਂ 2 ਚੀਜ਼ਾਂ ਮੈਂ ਹਾਈਲੀ ਰਿਕਮੈਂਡ ਕਰਦਾ ਇਸ ਚੀਜ਼ 'ਚ, ਜਿਨ੍ਹਾਂ ਨੂੰ ਆਹ ਹਰੀਆਂ ਵੈਰੀਕੋਜ਼ ਵੇਨਸ, ਸਪਾਈਡਰ ਵੇਨਸ ਬਣ ਜਾਣ, ਗੁੱਛੇ ਬਣ ਜਾਣ। ਅਤੇ ਨੰਬਰ 2 ਦੇ ਉੱਤੇ ਇੱਕ ਸਕਰਵੀ ਨਾਮ ਦੀ ਬਿਮਾਰੀ ਹੁੰਦੀ ਹੈ, ਅਤੇ ਇੱਕ ਜਿਹੜੀ ਆ ਉਹ ਆਪਣੇ ਦੰਦਾਂ 'ਚੋਂ ਖੂਨ ਆਉਣ ਲੱਗ ਜਾਂਦਾ, ਇੱਥੇ ਵੀ ਖੂਨ ਆਉਣ ਲੱਗ ਜਾਂਦਾ। ਤੁਸੀਂ ਹੈਰਾਨ ਹੋ ਜਾਓਗੇ ਜੀ, ਇੱਕ ਵਾਈਟਮਿਨ ਹੈ, ਵਾਈਟਮਿਨ ਜੇ। ਉਹਨੂੰ ਵਾਈਟਮਿਨ ਕਲਾਸੀਫਾਈ ਨਹੀਂ ਕਰਿਆ, ਕਿਉਂਕਿ ਜਿਵੇਂ ਹੁੰਦਾ ਨਾ ਕਿ ਇੱਕ ਲਾ ਲਓ ਕਿ 5 ਚੀਜ਼ਾਂ ਪੂਰੀਆਂ ਕਰੂਗਾ ਤਾਂ ਵਿਟਾਮਿਨ ਮੰਨਾਂਗੇ। ਉਹ ਵਿਟਾਮਿਨ ਜੇ ਸਭ ਨੂੰ ਪੂਰੀ ਨਹੀਂ ਕਰਦਾ ਸੀ, ਫਿਰ ਉਹਨੂੰ ਕੀ ਕਰਿਆ? ਉਹਨੂੰ ਵਿਟਾਮਿਨ ਸੀ 'ਚ ਪਾਤਾ, ਕਿਉਂਕਿ ਵਿਟਾਮਿਨ ਸੀ ਦੇ ਨਾਲ ਪਾਇਆ ਜਾਂਦਾ। ਉਹ ਇੱਕ ਇਹੋ ਜਿਹਾ ਵਿਟਾਮਿਨ ਹੈ, ਉਹ ਜਿਵੇਂ ਆਪਣੀ ਆਰਟਰੀ ਹੈ ਕੋਈ, ਉਹਨੂੰ ਬੰਦ ਕਰਨ ਦਾ ਰਿਸਪੌਂਸਿਬਲ ਹੈ। ਜਿਵੇਂ ਵਿਟਾਮਿਨ ਕੇ ਇੱਕ, ਉਹ ਕੀ ਕਰਦਾ? ਉਹ ਖੂਨ ਨੂੰ ਕਲੌਟ ਕਰਦਾ। ਹਾਂ, ਆਪਣੇ ਖੂਨ ਨਿਕਲਣਾ ਸ਼ੁਰੂ ਹੋ ਗਿਆ, ਅਗਰ ਨਹੀਂ ਬੰਦ ਹੋਊਗਾ। ਹਾਂ, ਵਿਟਾਮਿਨ ਜੇ ਜਿਹੜਾ ਕਿ ਕਲਾਸੀਫਾਈ ਹੁੰਦਾ, ਉਹ ਵਿਟਾਮਿਨ ਸੀ ਦੇ ਵਿੱਚ ਆਉਂਦਾ। ਉਹਦਾ ਕੰਮ ਹੈ, ਆਰਟਰੀਆਂ ਨੇ, ਛੋਟੇ ਬਲੱਡ ਵੈਸਲਸ ਨੇ ਜੀ। ਇਹ ਖੂਨ ਦੇਖੋ, ਇਹ ਉਂਗਲੀ ਜਿੰਦੀ ਕਿਉਂ ਹੈ? ਸਮਹਾਓ ਇਹਦੇ ਤੱਕ ਆਕਸੀਜਨ ਪਹੁੰਚ ਰਹੀ ਹੈ। ਜਿਹੜੀ ਆਕਸੀਜਨ ਮੈਂ ਲੰਗਸ 'ਚ ਲੈਣਾ, ਉਹ ਬਲੱਡ ਉਰੇ ਤੱਕ ਪਹੁੰਚਾਉਂਦਾ। ਜੇ ਉਰੇ ਤੱਕ ਨਰਵ ਅਤੇ ਬਲੱਡ ਆਪਣੇ 2 ਕੰਮ ਛੱਡ ਦੇਣ, ਇਹ ਗੈਂਗਰੀਨ ਨਾਲ ਮਰ ਜੇਗੀ।
ਹੁਣ ਪੁੱਠਾ ਕੰਮ ਵੀ ਹੈ, ਇੱਕ ਜਗ੍ਹਾ 'ਤੇ ਆ ਕੇ ਰੁਕਣਾ ਵੀ ਹੈ। ਅਗਰ ਉਹ ਰੁਕ ਕੇ ਬੰਦੇ ਨੇ ਹੋ ਪਾਈ ਖੂਨ ਪੱਕਾ ਹੀ ਨਿਕਲ ਹੀ ਜਾਊਗਾ। ਦੰਦਾਂ ਦੇ ਵਿੱਚ ਜਿਹੜੀ ਸਕਰਵੀ ਹੁੰਦੀ ਹੈ ਉਹ ਵਿਟਾਮਿਨ ਸੀ ਦੀ ਡੈਫੀਸ਼ੀਐਂਸੀ ਹੈ, ਉਹ ਲਿਵਰ ਦਾ ਇਸ਼ੂ ਹੈ। ਜਿਹੜਾ ਖੂਨ ਚੋਂਦਾ ਲੱਗ ਜਾਂਦਾ ਉਹ ਵਿਟਾਮਿਨ ਸੀ ਦੀ ਡੈਫੀਸ਼ੀਐਂਸੀ ਹੈ, ਉਹ ਕੈਪਲਰੀ ਬੰਦ ਨਹੀਂ ਹੋ ਰਹੀ। ਇਹੀ ਇਹਦੇ ਨਾਲ ਜੁੜਿਆ ਹੋਇਆ ਨਕਸੀਰ ਫੁੱਟਣਾ। ਕਈਆਂ ਦੇ ਮੱਲੋ ਮੱਲੀ ਨਕਸੀਰ ਫੁੱਟੀ ਜਾਂਦੀ ਹੈ, ਫਿਰ ਕਹਿੰਦੇ ਸਿਰ ਠੰਡਾ ਕਰ ਲਓ, ਬੰਦ ਹੋ ਗਈ। ਦੇਖੋ ਕੀ ਹੋਇਆ, ਠੰਡਾ ਕਰਦੇ ਨਾੜੀ ਸੁੰਗੜ ਜਾਂਦੀ ਆ। ਲੌਜਿਕ ਤਾਂ ਸਮਝੋ ਪਿੱਛੇ। ਇੱਕ ਨਾੜੀ ਖੁੱਲੀ ਪਈ ਸੀਗੀ, ਗਰਮੀ ਨਾਲ ਉਹ ਖੁੱਲ੍ਹ ਗਈ, ਤਾਂ ਕਹਿੰਦੇ ਗਰਮੀਆਂ 'ਚ ਜ਼ਿਆਦਾ ਹੁੰਦੀ ਹੈ। ਉਹ ਭਾਈ ਉਹ ਵੈਸੇ ਢਿੱਲੀ ਹੈ ਵਿਚਾਰੀ, ਤੁਹਾਡੇ 'ਚ ਵਿਟਾਮਿਨ ਸੀ ਦੀ ਡੈਫੀਸ਼ੀਐਂਸੀ ਹੈ। ਜਦੋਂ ਚੋਣ ਲੱਗ ਗਈ ਆਪਾਂ ਨੂੰ ਪਤਾ ਲੱਗ ਗਿਆ, ਕਹਿੰਦੇ ਓਹ ਠੰਡਾ ਕਰੋ, ਸਿਰ ਠੰਡਾ ਕਰੋ, ਉਹ ਬੰਦ ਹੋ ਗਈ। ਲੌਜਿਕ ਸਮਝੋ ਕਿ ਉਹ ਠੰਡੇ 'ਚ ਗਰਮੀਆਂ 'ਚ ਜ਼ਿਆਦਾ ਨਕਸੀਰ ਕਿਉਂ ਫੁੱਟਦੀ ਹੈ, ਠੰਡਾ ਕਰਨ 'ਤੇ ਬੰਦ ਕਿਉਂ ਹੋ ਜਾਂਦੀ ਹੈ। ਇਹ ਆਪਣੇ ਕਈ ਜਗ੍ਹਾ 'ਤੇ ਕਈਆਂ 'ਚ ਅੱਖਾਂ 'ਚ ਪ੍ਰੋਬਲਮ ਹੁੰਦੀ ਹੈ, ਹੀ ਲਾਲ ਅੱਖਾਂ ਸਿਰ ਉੱਠੇ ਸੁਰਖ, ਕਈਆਂ ਦੇ ਖੂਨ ਨਿਕਲ ਜਾਂਦਾ ਅੱਖਾਂ 'ਚੋਂ ਵੀ। ਉਹ ਭਾਈ ਵਿਟਾਮਿਨ ਸੀ ਇੱਕ ਇਹੋ ਜਿਹਾ ਵਿਟਾਮਿਨ ਹੈ, ਅਤੇ ਇਹ ਇਹੋ ਜਿਹੀ ਚੀਜ਼ ਹੈ ਆਪਣੀ ਬੋਡੀ ਆਪ ਨਹੀਂ ਬਣਾਉਂਦੀ। ਕੁਛ ਵਿਟਾਮਿਨ ਹੈ ਜਿਹੜਾ ਆਪਣਾ ਗੱਟ ਨੂੰ ਕਹਿੰਦਾ ਮੈਂ ਆਂਤੜਾ ਆਪ ਬਣਾਉਂਦੀਆਂ ਨੇ। ਕੁਛ ਵਿਟਾਮਿਨ ਹੈ ਬੋਡੀ ਨੂੰ ਐਕਸਟਰਨਲੀ ਚਾਹੀਦੇ ਨੇ। ਬੀ ਵਿਟਾਮਿਨ ਅਤੇ ਸੀ ਵਿਟਾਮਿਨ ਬੋਡੀ ਨੂੰ ਬਾਹਰੋਂ ਚਾਹੀਦੇ ਹੁੰਦੇ ਆ। ਵਿਟਾਮਿਨ ਸੀ ਇੱਕ ਕੰਪਲੈਕਸ ਹੈ, ਉਹ 4 ਚੀਜ਼ਾਂ ਤੋਂ ਬਣਦਾ ਹੈ। ਉਹਦੇ 'ਚ ਇੱਕ ਚੀਜ਼ ਨੂੰ ਕਾਪੀ ਕਰੀ ਜਾਂਦੇ ਨੇ ਸਿੰਥੈਟਿਕਲੀ, ਐਸਕੋਰਬਿਕ ਐਸਿਡ। ਉਹ ਵੀ ਸਿੰਥੈਟਿਕ ਨਹੀਂ, ਆਪਾਂ ਨੂੰ ਪਲਾਂਟ ਬੇਸਡ ਐਸਕੋਰਬਿਕ ਐਸਿਡ ਵਿਦ ਦ 4 ਚੀਜ਼ਾਂ ਜਿਹਨੂੰ ਕੰਪਲੈਕਸ ਕਹਿੰਦੇ ਉਹ ਚਾਹੀਦਾ। ਮੈਂ ਐਂ ਥੋੜ੍ਹੀ ਇਹਨਾਂ ਦੇ ਉੱਪਰ ਜ਼ੋਰ ਮਾਰਦਾ, ਇਹਦੇ ਉੱਪਰ ਤੁਹਾਨੂੰ ਦਿਖਾਇਆ ਹੋਇਆ ਕੁਲਵੰਤ ਜੀ। ਕਹਿੰਦੇ ਕਿਸ ਤੋਂ ਬਣੀ ਹੋਈ ਹੈ ਇਹ, ਐਕਰੋਲਾ ਚੈਰੀ, ਇੰਡੀਅਨ ਗੂਸਬੈਰੀ, ਆਮਲਾ, ਰੋਜ਼ ਹਿਪ ਜਿਹੜੀ ਉਹਦੀ ਵੱਡ ਹੁੰਦੀ ਨਾ ਜਿਹਨੂੰ ਆਪਣੇ ਗੁਲਾਬ ਦੀ, ਇਹ ਉਹ ਤੋਂ ਬਣੀ ਹੋਈ ਹੈ। 1000 mg। ਸਾਡੀ ਸਭ ਤੋਂ ਪਹਿਲੀ ਇਹ ਕੋਸ਼ਿਸ਼ ਸੀ ਕਿ ਡੋਜ਼ੇਜ ਪੋਟੈਂਸੀ ਹੋਵੇ ਤਾਂ ਕਿ ਬੰਦੇ ਨੂੰ ਲੈ ਕੇ ਇਫੈਕਟ ਤਾਂ ਮਿਲੇ, ਅਤੇ ਬਹੁਤ ਸੋਹਣਾ ਰਿਜ਼ਲਟ ਆਇਆ। ਮਗਰ ਤੁਸੀਂ ਅਗਰ 4 ਆਮਲਾ ਵੈਸੇ ਹੀ ਖਾਣੇ ਸ਼ੁਰੂ ਕਰ ਦਿਓ ਡੇਲੀ, ਜੇ ਤੁਸੀਂ ਤੰਦਰੁਸਤ ਹੋ ਤਾਂ ਵੀ, ਜੇ ਤੁਸੀਂ ਤੰਦਰੁਸਤ ਨਹੀਂ ਹੋ ਤਾਂ ਵੀ, ਤੁਹਾਨੂੰ ਇਹਦੀ ਵੀ ਲੋੜ ਨਹੀਂ ਹੈ। ਤਾਂ ਵਿਟਾਮਿਨ ਸੀ ਆਪਣੀ ਬੋਡੀ ਨੂੰ ਐਕਸਟਰਨਲੀ ਚਾਹੀਦਾ। ਉਹ ਇੱਕ ਟਾਈਮ ਸੀ ਕੀਨੂਆਂ 'ਚ ਚੀਨੀ ਘੱਟ ਸੀ, ਵਿਟਾਮਿਨ ਸੀ ਹੁੰਦਾ ਸੀ। ਅੱਜ ਦੇ ਟਾਈਮ 'ਚ ਡਿਮਾਂਡ ਇਹੋ ਜਿਹੀ ਹੋ ਗਈ, ਲੋਕੀ ਮਿੱਠਾ, ਉਹ ਕੀ ਹੋ ਗਿਆ, ਫਰਕਟੋਸ ਵੱਧ ਗਿਆ, ਵਿਟਾਮਿਨ ਸੀ ਗਿਆ। ਉੱਪਰੋਂ ਰਹਿੰਦੀ ਖੁੰਦੀ ਕਸਰ ਬੰਦਾ ਵਿੱਚ ਨਿੰਬੂ ਦੇ ਵਿੱਚ ਉਹਦੇ ਵਿੱਚ ਕੀ ਕਰਦਾ, ਲੂਣ ਪਾ ਲੈਂਦਾ। ਜਦੋਂ ਵੀ ਤੁਸੀਂ ਉਹਦੇ ਵਿੱਚ ਲੂਣ ਸਿੱਧਾ ਨਾਲ ਦੀ ਨਾਲ ਪਾ ਲਓਗੇ, ਉਹ ਨਾਲ ਦੀ ਨਾਲ ਰਿਐਕਸ਼ਨ ਪੁੱਠਾ ਹੋ ਜਾਣਾ। ਨਿੰਬੂ 'ਚ ਵਿਟਾਮਿਨ ਸੀ ਇਹੋ ਜਿਹਾ, ਉਹ ਲੂਣ ਨਹੀਂ ਖਰਾਬ ਕਰਦਾ। ਦੂਜੀ ਚੀਜ਼ ਆਪਣੇ ਆਮਲੇ 'ਚ ਇਹੋ ਜਿਹਾ ਵਿਟਾਮਿਨ ਸੀ ਹੈ, ਇਹਨੂੰ ਗਰਮੀ ਅਤੇ ਲੂਣ ਖਰਾਬ ਨਹੀਂ ਕਰ ਸਕਦੇ। ਬਾਕੀ ਚੀਜ਼ਾਂ 'ਚ ਲੂਣ ਪਾਉਂਦੇ ਜਾਂ ਗਰਮ ਕਰਦੇ ਖਰਾਬ ਹੋ ਜਾਂਦਾ। ਤਾਂ ਅਫਕੋਰਸ ਅਗਰ ਤੁਸੀਂ ਉਹ, ਮੈਂ ਤਾਂ ਕਹਿੰਦਾ ਹੁਣ ਅਗਰ ਫਰੂਟ ਖਾਣ ਦੇ ਸ਼ੌਕੀਨ ਹੋ ਤਾਂ ਆਹ ਲਾ ਲਓ ਆਪਣੀ ਸ਼ਹਿਤੂਤ ਜਾਂ ਤੂਤ ਹੈ ਨਾ, ਇੰਡੀਅਨ ਗੂਸਬੈਰੀ, ਇੰਡੀਅਨ ਮਾਲਬੈਰੀ, ਇਹ ਸਾਰੀ ਬੈਰੀਜ਼ ਨੇ ਨਾ, ਇਹਨਾਂ ਦੇ ਵਿੱਚ ਵਿਟਾਮਿਨ ਸੀ ਹੈ। ਤਾਂ ਵਿਟਾਮਿਨ ਸੀ ਆੜੀ ਸਕਰਵੀ ਦੇਖੋ ਕਿੱਥੋਂ ਪਤਾ ਲੱਗੀ ਸੀ, ਪਹਿਲੀ ਵਾਰੀ ਸਕਰਵੀ ਕਿਵੇਂ ਲੱਗੀ ਸੀਗੀ। ਹਾਂ, ਸੇਲਰਸ ਨਾ ਜਦ ਲੈਂਡ ਛੱਡ ਕੇ ਚਲੇ ਜਾਂਦੇ ਸੀ, ਉਹਨਾਂ ਕੋਲ ਵਿਟਾਮਿਨ ਸੀ ਦਾ ਕੋਈ ਸੋਰਸ ਨਹੀਂ ਸੀ, ਤਾਂ ਉਹਨਾਂ ਨੇ ਇੱਕ ਨਾਮ ਰੱਖਿਆ ਸੀ ਕਿ ਸਮੁੰਦਰ ਦਾ ਇੱਕ ਸ਼ੈਤਾਨ ਹੈ, ਇਹ ਉਹਦੇ ਕਰਕੇ ਹੋਣ ਲੱਗ ਗਿਆ। ਉਹ ਬਾਅਦ 'ਚੋਂ ਲੱਭਿਆ ਕਿ ਇਹ ਤਾਂ ਬਹੁਤ ਸਿੰਪਲ ਜਿਹੀ ਗੱਲ ਨਿਕਲੀ ਕਿ ਵਿਟਾਮਿਨ ਸੀ ਦੀ ਡੈਫੀਸ਼ੀਐਂਸੀ ਹੈ ਸਕਰਵੀ। ਸੇਮ ਅਗਰ ਆ ਗਿਆ ਨੱਕ ਫੁੱਟਦਾ ਹੈ, ਨਕਸੀਰ ਹੈ, ਤਾਂ ਕੋਈ ਐਲਰਜੀ ਹੈ, ਨਕਸੀਰ ਫੁੱਟਦੀ ਹੈ, ਵੱਖਰੀ ਗੱਲ ਹੈ। ਵਰਨਾ 99% ਕੇਸਿਸ 'ਚ ਇਹ ਵਿਟਾਮਿਨ ਸੀ ਦੇ ਵਿੱਚ ਇੱਕ ਵਿਟਾਮਿਨ ਜੇ ਫੈਕਟਰ ਹੁੰਦਾ, ਇਹ ਉਹਦੀ ਡੈਫੀਸ਼ੀਐਂਸੀ ਹੈ। ਤਾਂ ਵਿਟਾਮਿਨ ਸੀ ਪੂਰੇ ਕਰਦੇ ਹੀ ਇਹ ਕੰਮ ਲੋਟ ਆ ਜਾਂਦਾ। ਹਾਂਜੀ। ਅਤੇ ਇਸ ਤੋਂ ਇਲਾਵਾ ਇੱਕ ਜਿਹੜਾ ਮਿਥ ਹੈਗੀ ਆ, ਜਾਂ ਇੱਕ ਆਪਾਂ ਗੱਲ ਕਰਦੇ ਹਾਂ ਵੀ ਡੇਲੀ ਆਪਸੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਛੁਡਾ ਰਹੇ ਹਾਂ। ਤੁਸੀਂ ਕਣਕ ਚੌਲ ਨਹੀਂ ਖਾਣਾ, ਤੁਸੀਂ ਕਾਰਬੋਹਾਈਡਰੇਟ ਛੱਡ ਦਿਓ, ਤੁਸੀਂ ਮਤਲਬ ਮੂੰਹ ਰਾਹੀਂ ਜਿਹੜੀਆਂ ਵੀ ਚੀਜ਼ਾਂ ਅਸੀਂ ਲੈ ਰਹੇ ਹਾਂ ਅਤੇ ਜਿਹੜੀਆਂ ਇਨਆਰਗੈਨਿਕ ਨੇ ਉਹ ਅਸੀਂ ਛਡਾਉਂਦੇ ਚਲੇ ਜਾ ਰਹੇ ਹਾਂ। ਲੇਕਿਨ ਜਿਹੜੀਆਂ ਚੀਜ਼ਾਂ ਮੂੰਹ ਰਾਹੀਂ ਜਾ ਰਹੀਆਂ ਨੇ ਉਹ ਅਸੀਂ ਛੁਡਾ ਸਕਦੇ ਹਾਂ, ਲੇਕਿਨ ਜਿਹੜੀਆਂ ਚੀਜ਼ਾਂ ਸਕਿਨ ਰਾਹੀਂ ਜਾ ਰਹੀਆਂ ਨੇ, ਜਿਹੜੀਆਂ ਚੀਜ਼ਾਂ ਸਾਡੇ ਟੁੱਥਪੇਸਟ ਕਰ ਲੈਣਾ, ਜਿਹੜੀਆਂ ਅੰਦਰ ਆਪਣੀ ਜਿਹੜੀਆਂ ਸਲਾਈਵਾ ਰਾਹੀਂ ਚਲੀਆਂ ਜਾਂਦੀਆਂ ਨੇ ਜਾਂ ਫਿਰ ਗਲੈਂਡਸ ਰਾਹੀਂ ਚਲੀਆਂ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਰੋਕ ਨਹੀਂ ਪਾਉਂਦੇ। ਫਰਜ਼ ਕੋਲੋਂ ਵੀ ਆਪਾਂ ਨਹਾ ਰਹੇ ਹਾਂ, ਨਹਾਉਣ ਦੇ ਨਾਲ ਜਿਹੜਾ ਸਾਬਣ ਹੈ, ਉਹ ਸਾਬਣ ਦੇ ਨਾਲ ਵੀ ਆਪਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ। ਕੀ ਸਾਡੇ ਲਈ ਜਿਹੜਾ ਸਾਬਣ ਅਸੀਂ ਯੂਜ਼ ਕਰ ਰਹੇ ਹਾਂ ਉਹਦਾ ਵੀ ਕੋਈ ਆਲਟਰਨੇਟ ਹੋ ਸਕਦਾ, ਜਾਂ ਫਿਰ ਸਾਬਣ ਦੇ ਨਾਲ ਸਾਨੂੰ ਕੀ ਸਮੱਸਿਆਵਾਂ ਆ ਰਹੀਆਂ, ਥੋੜ੍ਹਾ ਇਹ ਵੀ ਚਾਨਣ ਪਾ ਦਿਓ। ਸਾਬਣ ਬਹੁਤ ਬੜਾ ਮੈਟਰ ਹੈ ਜੀ, ਕਿਉਂਕਿ ਕਈ ਲੋਕ ਸਾਬਣ ਆਪਣੇ ਐ ਲਾਉਂਦੇ ਆ ਜਿਵੇਂ ਪਤਾ ਨਹੀਂ ਉਹ ਗਾਂ ਦਾਨ ਕਰਨ ਚੱਲੇ ਹੁੰਦੇ ਆ। ਬੰਦਾ ਉਹ ਵੀ ਇੰਨਾ ਨਹੀਂ ਨਹਾਉਂਦਾ। ਉਹ ਸਾਬਣ ਸਿਰਫ ਜਿੱਥੇ ਮੇਰੇ ਹਿਸਾਬ ਨਾਲ ਲੋੜ ਹੈ, ਇੱਥੇ ਤੁਹਾਨੂੰ ਮੁਸ਼ਕ ਦੀ ਦਿੱਕਤ ਹੈ, ਉੱਥੇ ਉਹ ਵੀ ਤਾਂ ਦਿੱਕਤ ਹੈ। ਮੁਸ਼ਕ ਕਿਉਂ ਆਉਣ ਲੱਗੀ ਬੋਡੀ 'ਚੋਂ, ਮੈਂ ਤਾਂ ਕਾਰਨ ਲੱਭੂੰਗਾ। ਤੁਹਾਡੇ ਗਲੈਂਡਸ ਚੰਗੇ ਨਹੀਂ ਹੈ, ਤੁਹਾਡੇ ਸਵੈਟ ਗਲੈਂਡ 'ਚੋਂ ਅਗਰ ਮੁਸ਼ਕ ਆਉਣ ਲੱਗ ਗਈ, ਇਹ ਬੁਰਾ ਸਾਈਨ ਹੈ। ਇਹਦੇ ਪਿੱਛੇ ਕਾਰਨ ਹੈ, ਉਹ ਕਾਰਨ ਤੁਹਾਡੀ ਬੁਰੀ ਹੈਲਥ ਹੈ। ਜੇ ਸਾਬਣ ਦੀ ਲੋੜ ਪੈ ਵੀ ਗਈ, ਜਿਹੜੀ ਸਾਬਣਾਂ ਅੱਜ ਦੇ ਟਾਈਮ 'ਚ ਆਉਂਦੀਆਂ ਉਹਨਾਂ 'ਚ ਬਹੁਤ ਗੰਦੇ ਕੈਮੀਕਲ ਪੈਂਦੇ ਨੇ। ਹੁਣ ਜਿਹੜੀ ਅੱਛੀਆਂ ਸਾਬਣਾਂ ਵਾਲੇ ਨੇ ਨਾ, ਉਹ ਐਡਵਰਟਾਈਜ਼ਮੈਂਟ 'ਚ ਉਹ ਯੂਜ਼ ਕਰਦੇ ਆ ਕਿ ਉਹ ਫਲਾਣੇ ਉਹ ਪਾਉਂਦੇ, ਅਸੀਂ ਤਾਂ ਪਾਉਂਦੇ ਨਹੀਂ। ਮੈਂ ਐਵੇਂ ਲੱਭਦਾ ਹੁੰਦਾ, ਮੈਂ ਚੰਗੀ ਚੀਜ਼ ਲੱਭ ਕੇ ਨਾ ਉਹਦੇ ਉੱਪਰ ਪੜੂੰਗਾ, ਇਹਦੇ 'ਚ ਆਹ ਫਰੀ ਹੈ, ਆਹ ਫਰੀ ਹੈ, ਆਹ ਫਰੀ ਹੈ। ਮੈਂ ਕਹਾਂ ਅੱਛਾ, ਅਗਰ ਇਹ ਬੋਲ ਰਹੇ ਨੇ ਦੈਟ ਮੀਨਸ ਦੂਜੇ ਵਾਲੇ ਪਾ ਰਹੇ ਨੇ, ਹੈ ਨਾ।
ਤਾਂ ਮੈਂ ਲੱਭੇ। ਦੱਸ ਦੇਣਾ ਕੁਲਵੰਤ ਜੀ, ਮੈਂ ਹਜੇ ਖੁਲਾਸਾ ਕਰਨਾ ਨਹੀਂ ਚਾਹੁੰਦਾ ਸੀ। ਅਸੀਂ ਆਰਡਰ ਦਿੱਤਾ ਹੋਇਆ ਆਰਗੈਨਿਕ ਸਾਬਣ ਦਾ, ਟੋਟਲ ਐਡੇਬਲ ਸਾਬਣ, ਖਾ ਵੀ ਸਕਦੇ ਹੋ ਤੁਸੀਂ, ਉਹਨੂੰ ਚੱਟ ਸਕਦੇ ਹੋ, ਖਾ ਸਕਦੇ ਹੋ। ਉਹਦੇ 'ਚ 1 ਰੁਪਈਆ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੈ। ਤਾਂ ਉਹਦੇ ਉੱਪਰ ਇੱਕ ਹਿਦਾਇਤ ਹੈ ਜਿਹਨੇ ਸਾਨੂੰ ਦਿੱਤੀ ਹੈ, ਉਹ ਕਹਿੰਦਾ ਗਲਤੀ ਨਾਲ ਵੀ ਇਹਦੇ ਉੱਪਰ ਪਾਣੀ ਨਾ ਪਿਆ ਰਹਿ ਜੇ, ਕਹਿੰਦਾ ਕਿਉਂਕਿ ਇਹਦੇ 'ਚ ਉਹ ਕੋਈ ਚੀਜ਼ ਨਹੀਂ ਪਾਈ ਹੋਈ ਜਿਹੜੀ ਇਹਨੂੰ ਸੋਲਿਡ ਰੱਖੇਗੀ, ਫਿਰ ਗਲ ਜੇਗੀ ਨਾ। ਇਹਨੂੰ ਸੁੱਕੀ ਥਾਂ 'ਤੇ ਰੱਖਤਾ, ਫਿਰ ਕੋਈ ਚੱਕਰ ਨਹੀਂ। ਅੱਛਾ, ਮਗਰ ਇਹ ਤਾਂ ਹੈ ਫਿਊਚਰ। ਹੁਣ ਦੇਖੋ ਸਾਬਣ ਕਰਦੀ ਕੀ ਹੈ, ਸਾਬਣ ਨੇ ਆਪਣੇ ਬੋਡੀ ਦੇ ਉੱਪਰੋਂ ਇੱਕ ਡੈਡ ਲੇਅਰ ਹੁੰਦੀ ਹੈ, ਆਪਣੇ ਹਰ ਰੋਜ਼ ਸੈੱਲ ਮਰਦਾ, ਉਹ ਮੈਲ ਬਣ ਜਾਂਦਾ। ਆਪਣੇ ਉੱਪਰ ਕਿਹੜਾ ਮਿੱਟੀ ਪੈ ਰਹੀ ਜਿਹੜੀ ਮੈਲ ਬਣਦੀ ਹੈ, ਆਪਣੇ ਹਰ ਰੋਜ਼ ਆਪਣੀ ਬੋਡੀ ਤੋਂ ਸੈੱਲ ਡੈਡ ਹੋ ਕੇ ਉਤਰਦਾ, ਅਤੇ ਉਸ ਸੈੱਲ ਨੂੰ ਆਪਾਂ ਨੇ ਉਹ ਡੈਡ ਹੋ ਕੇ ਡੀਕੰਪੋਜ਼ ਹੋਣ ਲੈਂਦਾ, ਤਾਂ ਉਹ ਆਪਾਂ ਨੂੰ ਭਾਰਾ ਵੀ ਲੱਗਦਾ, ਉਹਦੀ ਆਪਾਂ ਨੂੰ ਮੈਲ ਕਹਿ ਦਈਏ, ਥੋੜ੍ਹੀ ਬਹੁਤੀ ਸਮੈਲ ਜਾਂ ਰੰਗ ਚੇਂਜ ਕਰਦਾ। ਆਪਾਂ ਨੇ ਉਹਨੂੰ ਲਾਹਣਾ, ਉਹਨੂੰ ਲਾਹਣ ਦਾ ਆਰਗੈਨਿਕ ਤਰੀਕਾ ਵੀ ਹੋ ਸਕਦਾ, ਉਹਨੂੰ ਲਾਹਣ ਦਾ ਇਨਆਰਗੈਨਿਕ ਤਰੀਕਾ ਵੀ ਹੋ ਸਕਦਾ। ਹੁਣ ਜਿਵੇਂ ਮੈਂ ਹਰ ਵੀਡੀਓ 'ਚ ਗੱਲ ਕਰਦਾ, ਆਪਣੀ ਸਕਿਨ ਦੀ ਪੀਐਚ ਮਾੜੀ ਜੀ ਐਸਿਡਿਕ ਹੁੰਦੀ ਹੈ। ਉਹਦਾ ਕਾਰਨ ਹੈ ਜਦੋਂ ਜਰਮਸ ਨੇ ਆਪਾਂ ਨੂੰ ਟੱਚ ਕਰਨਾ। ਹੁਣ ਲੈਟਸ ਸੇ ਕਾਊਚ 'ਤੇ ਜਰਮਸ ਹੈ, ਮੈਂ ਤੇ ਹੱਥ ਰੱਖਿਆ, ਇਹ ਮੇਰੇ ਨਾਲ ਲੱਗ ਗਿਆ, ਇਹ ਮੇਰੇ ਅੰਦਰ ਜਾ ਸਕਦਾ। ਸਕਿਨ ਨੇ ਕੀ ਕਰਨਾ, ਤਾਂ ਹੀ ਵਾਲ ਹੁੰਦੇ ਨੇ ਉੱਪਰ, ਉਹ ਕੁਸ਼ਨ ਹੈ ਇਹਨੇ ਉਹ ਜਰਮ ਨੂੰ ਅੰਦਰ ਨਹੀਂ ਜਾਣ ਦੇਣਾ, ਉੱਥੇ ਹੀ ਮਾਰ ਦੇਣਾ। ਹੁਣ ਤੁਸੀਂ ਸਾਬਣ ਲਈ ਬੜੀ ਘੈਂਟ ਕਿ ਲੈ ਵੀ ਸਾਰੀ ਮੈਲ ਚੱਕ ਦੂਗੀ, ਉਹ ਭਾਈ ਉਹਨੇ ਤੁਹਾਡੀ ਪੀਐਚ ਹਿਲਾਤੀ, ਪੀਐਚ ਹਿਲਾਤੀ, ਤੁਹਾਨੂੰ ਨਿਊਟਰਲ ਕਰਤਾ। ਹੁਣ ਜਿਹੜਾ ਜਰਮ ਟੱਚ ਹੋਇਆ ਅੰਦਰ ਲੰਘ ਗਿਆ। ਸੇਮ ਤੁਹਾਡੀ ਗੱਲ, 100 ਨੇ ਸੱਚੀ ਗੱਲ। 1 ਬਾਲਟੀ ਨਹਾਉਂਦੇ ਹੋ, ਉਹਦੇ 'ਚ 1 ਲੀਟਰ ਆਲਮੋਸਟ 1 ਗਲਾਸ 750 ml ਪਾਣੀ ਚੂਸ ਲੈਂਦੀ ਹੈ। ਇਹਦਾ ਐਕਸਪੈਰੀਮੈਂਟ ਦੱਸ ਦਿੰਦਾ। ਤੁਸੀਂ ਨਾ ਸਵਿਮਿੰਗ ਪੂਲ 'ਚ ਉਤਰ ਜਿਓ, ਗਰਦਨ ਨਾ ਡਬਈਓ, 5 ਮਿੰਟ ਬਾਅਦ ਤੁਹਾਨੂੰ ਡਕਾਰ ਆਊਗਾ ਪੂਰਾ ਪ੍ਰੋਪਰ। ਬੰਦਾ ਕਹਿੰਦਾ ਕਿੱਥੋਂ ਆਇਆ ਵੀ, ਐਂ ਲੱਗਦਾ ਮੈਂ ਪਾਣੀ ਪੀ ਲਿਆ। ਲਿਟਰਲੀ ਤੁਹਾਡੀ ਬੋਡੀ ਐਡਾ ਬੜਾ ਸਰੀਰ ਹੈ, ਇਹ ਪਾਣੀ ਸੋਕਿਆ ਨੇ, ਇਹਨੇ ਡਕਾਰ ਆ ਗਿਆ। ਮੈਂ ਕਿਹਾ ਦੱਸੋ ਕਿੱਥੋਂ ਆਇਆ, ਹਰ ਵਾਰੀ ਹੁੰਦਾ ਸੀ ਮੇਰੇ ਨਾਲ। ਤੁਹਾਡੀ ਬੋਡੀ ਨੇ ਸੱਕ ਕਰ ਲਿਆ। ਹੁਣ ਤੁਸੀਂ ਸਾਬਣ ਲਾਈ, ਉਹ ਵੀ ਜ਼ਿਆਦਾਤਰ ਲੋਕ ਸਾਬਣ ਪੂਰੇ ਪਿੰਡ 'ਤੇ ਐਨ ਮੱਲੋ ਮੱਲੀ ਦੱਬ ਕੇ, ਉਹ ਸਾਰੀ ਚੂਸਦੀ ਵੀ ਤਾਂ ਹੈ ਬੋਡੀ। ਤਾਂ ਉਹਦੇ 'ਚ ਰੱਬ ਜਾਣੇ ਕੀ ਸੀ ਕੀ ਨਹੀਂ, ਕਾਸਟਿਕ ਉਹਦੇ 'ਚ ਪੈਂਦਾ, ਤੁਹਾਨੂੰ ਪਤਾ ਡਾਲਡਾ ਘੀ ਪੈਂਦਾ ਉਸ 'ਚ। ਅਸੀਂ ਕੋਕੋਨਟ ਆਇਲ ਆਰਗੈਨਿਕ ਤੋਂ, ਹਾਂ, ਉਹ ਜਿਹੜਾ ਤੇਲ ਸਭ ਤੋਂ ਸਸਤਾ ਹੋਊਗਾ। ਹੁਣ ਚਰਬੀ ਸਭ ਤੋਂ ਸਸਤੀ ਕਿਹਦੀ ਹੈ, ਪਿਗ ਦੀ, ਲਾਡ ਕਹਿੰਦੇ ਆ। ਕਿ ਇਹ ਪ੍ਰੋਗਰਾਮ ਮੈਡੀਕਲ ਐਡਵਾਈਸ ਲਈ ਨਹੀਂ ਹੈ, ਇਹ ਪ੍ਰੋਗਰਾਮ ਸਿਰਫ ਤੇ ਸਿਰਫ ਜਾਣਕਾਰੀ ਲਈ ਹੈ। ਅਤੇ ਜੇ ਜਾਣਕਾਰੀ ਹਾਸਿਲ ਕਰਕੇ ਤੁਹਾਨੂੰ ਕੁਝ ਫਾਇਦਾ ਹੁੰਦਾ ਤਦ ਇਹ ਸਾਡੇ ਇਸ ਪ੍ਰੋਗਰਾਮ ਦੀ ਕਾਮਯਾਬੀ ਮੰਨੀ ਜਾਏਗੀ। ਸਾਡਾ ਮਕਸਦ ਤੁਹਾਨੂੰ ਜਿਹੜਾ ਸਿਰਫ ਐਜੂਕੇਟ ਕਰਨਾ ਹੈ, ਤੁਹਾਨੂੰ ਜਾਗਰਿਤ ਕਰਨਾ ਹੈ। ਅਤੇ ਜੇ ਜਾਗਰੂਕ ਹੋ ਕੇ ਤੁਹਾਨੂੰ ਕੁਝ ਇਸ ਚੀਜ਼ ਦਾ ਫਾਇਦਾ ਮਿਲਦਾ ਹੈ ਅਤੇ ਤਾਂ ਹੀ ਸਾਡੇ ਇਸ ਪ੍ਰੋਗਰਾਮ ਦੀ ਕਾਮਯਾਬੀ ਮੰਨੀ ਜਾਏਗੀ। ਰਵਿੰਦਰ ਸਿੰਘ ਜੀ, ਤੁਸੀਂ ਸਾਬਣ ਦੀ ਗੱਲ ਤਾਂ ਦੱਸਤੀ ਵੀ ਸਾਬਣ ਆਪਾਂ ਨੂੰ ਆਹ ਨੁਕਸਾਨ ਕਰਦੇ ਨੇ, ਉਹਦਾ ਕੋਈ ਆਲਟਰਨੇਟਿਵ ਹੈ? ਬਹੁਤ ਵਧੀਆ ਆਲਟਰਨੇਟਿਵ ਹੈ। ਦੇਖੋ, ਪਹਿਲੀ ਗੱਲ ਹੈ ਸਰੀਰ ਨੂੰ ਬਿਮਾਰੀ ਰਹਿਤ ਕਰਨਾ, ਜਿਵੇਂ ਅਗਰ ਕੋਈ ਡੈਡ ਸੈੱਲ ਪਿਆ ਉਹਨੂੰ ਉਤਾਰਨਾ। ਦੂਜਾ ਰੀਜ਼ਨ, ਤੁਸੀਂ ਨਹਾਉਂਦੇ ਹੋ ਤਾਂ ਕਿ ਸਮੈਲ ਮਰ ਜੇ। ਪਹਿਲੀ ਗੱਲ ਤਾਂ ਸਮੈਲ ਹੋਣੀ ਨਹੀਂ ਚਾਹੀਦੀ, ਜੇ ਹੈ ਤਾਂ ਆਪਣੀ ਡਾਈਟ ਠੀਕ ਕਰਨੀ ਬਣਦੀ ਹੈ। ਹੁਣ ਲੈਟਸ ਸੇ ਸਮੈਲ ਹੈ, ਹੁਣ ਮੈਂ ਦੋਨੋਂ ਫੈਕਟਰ ਦੱਸਦਾ। ਮੈਂ ਕੀ ਕਰੂੰਗਾ, ਮੈਂ ਪਾਣੀ ਲਊਂਗਾ ਨਾਰਮਲ ਰੂਮ ਟੈਂਪਰੇਚਰ, ਕੋਈ ਜ਼ਰੂਰੀ ਉਹਨੂੰ ਗਰਮ ਠੰਡਾ ਕਰਨਾ ਹੈ। ਮੈਂ ਉਹਦੇ 'ਚ 1 ਜਾਂ ਅੱਧਾ ਚਮਚ, ਡਿਪੈਂਡਿੰਗ ਬਾਲਟੀ ਕਿੱਡੀ ਬੜੀ ਹੈ, ਐਪਲ ਸਾਈਡਰ ਵਿਨੇਗਰ ਪਾ ਦੂੰਗਾ। 1 ਚਮਚ ਬਹੁਤ ਹੈ, ਉਹ ਵੀ ਤੁਸੀਂ ਟੀਸਪੂਨ ਤੋਂ ਸ਼ੁਰੂ ਕਰਿਓ। ਇਹਦੇ ਵਿੱਚ ਇਸੀ ਪਾਣੀ 'ਚ ਤੁਸੀਂ 1 ਪੂਰਾ ਨਿੰਬੂ, 1 ਜਾਂ 1.5 ਨਿੰਬੂ ਨਿਚੋੜ ਦੇਣਾ। ਹਾਂਜੀ, ਇਹ ਬਾਲਟੀ ਜਿਹੜੀ ਸਟੈਂਡਰਡ, ਹਾਂ 20-25 ਲੀਟਰ, ਮੇਰੇ ਕੋਲ ਤਾਂ ਵੱਡੀ ਬਾਲਟੀ ਹੈ, ਮੈਂ ਤਾਂ ਹੀ ਜ਼ਿਆਦਾ ਪਾਣ ਨੂੰ ਕਹਿੰਦਾ, 20-25 ਲੀਟਰ ਹੋਏ। ਇਹ ਤੁਹਾਡਾ ਇੰਨਾ ਸੋਹਣਾ ਬਾਥਿੰਗ ਵਾਟਰ ਬਣ ਗਿਆ। ਇਹ ਤੁਹਾਡੀ ਪੀਐਚ ਘਟਾਊਗਾ ਨਹੀਂ, ਬਰਕਰਾਰ ਰੱਖੂਗਾ। ਇਹ ਤੁਹਾਡੇ ਵਾਲਾਂ ਨੂੰ ਜਿੱਥੇ ਵੀ ਲਾਓਗੇ ਉਹਦੀ ਪ੍ਰੋਪਰਟੀਆਂ ਵਧਾਊਗਾ। ਇਹ ਤੁਹਾਡੇ ਜਿਹੜੀ ਡਸਟ ਹੈ, ਜਿਹੜੇ ਡੈਡ ਸੈੱਲ ਨੇ, ਉਹਨੂੰ ਵਾਸ਼ ਵੀ ਕਰ ਦੂਗਾ, ਇਮਿਊਨਿਟੀ ਵਧਾ ਦੂਗਾ। ਪੁੱਠਾ ਕੰਮ ਜੀ, ਉਹਦੇ ਚਾਂਸਿਸ ਸੀ ਕਿ ਤੁਹਾਨੂੰ ਖਰਾਬ ਕਰ ਦੂਗਾ, ਇਹ ਇਮਿਊਨਿਟੀ ਵਧਾ ਦੂਗਾ। ਉਹ ਲੈਟਸ ਸੇ ਤੁਹਾਨੂੰ ਨਹਾਉਣ ਤੋਂ ਬਾਅਦ ਸ਼ੱਕ ਹੈ, ਤੁਹਾਡੇ ਮੁਸ਼ਕ ਆਊਗੀ, ਤੁਸੀਂ ਹੈਰਾਨ ਹੋ ਜਾਓਗੇ। ਇੱਕ ਸਰਚ ਕਰਕੇ ਦੇਖਣਾ ਗੂਗਲ 'ਤੇ, ਹਾਸੇ ਵਾਲੀ ਗੱਲ ਹੈ, ਉਸ ਟਾਈਮ 11 ਪਾਉਂਡ ਦਾ ਮੇਰੇ ਦੋਸਤ ਨੇ ਮੈਨੂੰ ਲਿਆ ਕੇ ਦਿੱਤਾ ਸੀ। ਸਾਲਟ ਆਫ ਅਰਥ ਨਾਮ ਦੀ ਇੱਕ ਚੀਜ਼ ਵਿਕਦੀ ਹੈ, ਸਾਲਟ ਆਫ ਅਰਥ, ਯੂਕੇ 'ਚ 11 ਪਾਉਂਡ ਦਾ। ਹਾਂਜੀ, 80 × 11 880 ਰੁਪਏ ਦਾ ਉਹਨੇ ਮੈਨੂੰ ਕਿਹਾ ਲਿਆ ਕੇ ਦਿੱਤਾ। ਜਦੋਂ ਮੈਂ ਖੋਲ੍ਹ ਕੇ ਦੇਖਿਆ ਮੈਨੂੰ ਹਾਸਾ ਆਇਆ। ਮੈਂ ਕਿਹਾ ਚੱਲ ਮੈਂ ਤੈਨੂੰ ਇੱਕ ਜਗ੍ਹਾ 'ਤੇ ਲੈ ਕੇ ਚੱਲਾਂ। ਮੈਂ 11 ਰੁਪਏ 'ਚ ਉਹਨੂੰ 2 ਦਵਾਤੀਆਂ। ਫਟਕੜੀ ਫਟਕੜੀ ਦੁਨੀਆ ਦਾ ਸਭ ਤੋਂ ਨੈਚੁਰਲ ਡੀਓਡਰੈਂਟ ਹੈ। ਡੀਓਡਰੈਂਟ ਸਮਝਦੇ ਹੋ ਤੁਹਾਨੂੰ? ਓਡਰੈਂਟ ਹੁੰਦਾ ਮੁਸ਼ਕ, ਡੀ ਮਤਲਬ ਕੱਟਣ ਵਾਲਾ। ਮੈਨੇ ਉਹ ਬੰਦਾ ਜਿਹੜਾ ਮੇਰੇ ਲਈ 11 ਪਾਉਂਡ ਦੀ 1 ਲੈ ਕੇ ਆਇਆ ਸੀ, 50 ਉਹਦੀ ਖਰੀਦ ਕੇ ਲੈ ਕੇ ਆ ਉਹਨੇ ਰੁਪਈਏ 'ਚ। ਆਪਣੇ ਹੁਣ ਤਾਂ ਮਹਿੰਗੀ ਹੋ ਗਈ, ਫਿਰ ਵੀ ਫਟਕੜੀ ਕੀ ਕਰਦੀ ਹੈ, ਪੋਰਸ ਬੰਦ ਕਰ ਦਿੰਦੀ ਹੈ। ਤਾਂ ਹੀ ਸਬਜ਼ੀਆਂ ਵਾਲੇ ਪਾਣੀ 'ਚ ਫਟਕੜੀ ਘੋਲ ਲੈਂਦੇ ਆ, ਉਹ ਉਹਨਾਂ 'ਤੇ ਸਪਰੇਅ ਕਰ ਦਿੰਦੇ ਆ। ਉਹਦੇ ਨਾਲ ਕੀ ਹੁੰਦਾ, ਸਬਜ਼ੀ ਡੀਹਾਈਡਰੇਟ ਨਹੀਂ ਹੁੰਦੀ। ਮਗਰ ਐਡੇਬਲ ਫਟਕੜੀ ਅਤੇ
ਉਹਦੇ 'ਚ ਫਰਕ ਹੈ। ਤਾਂ ਇਹ ਨਾ ਕਹੀਓ ਕਿ ਫਟਕੜੀ ਲੈ ਕੇ ਸੱਚੋ ਸਬਜ਼ੀਆਂ ਡਬੋ ਦਿਓ ਨਾ, ਉਹ ਮੈਨੂੰ ਨਹੀਂ ਪਤਾ ਐਡੇਬਲ ਫਟਕੜੀ ਲੱਭ ਲਿਓ। ਮਗਰ ਜਿਹੜੀ ਦੂਜੀ ਸਿੰਪਲ ਫਟਕੜੀ ਹੈ ਜਿਹੜੇ ਆ ਸ਼ੇਵ ਕਰਕੇ ਯੂਜ਼ ਕਰਦੇ ਨੇ, ਉਹ ਤਾਂ ਹੀ ਤਾਂ ਕਰਦੇ ਨੇ, ਸ਼ੇਵ ਕਰਕੇ ਕਈ ਵਾਰੀ ਨਾੜੀਆਂ ਖੁੱਲ ਜਾਂਦੀਆਂ ਮਾੜੀਆਂ, ਖੂਨ ਨਿਕਲ ਆਉਂਦਾ, ਉਹ ਲਾ ਦਿਓ, ਨਾੜੀ ਬੰਦ। ਵਿਟਾਮਿਨ ਜੇ ਦਾ ਫੈਕਟਰ ਉਹੀ ਆ ਗਿਆ ਫਿਰ ਵੀ। ਤਾਂ ਤੁਸੀਂ ਨਹਾਏ, ਪਿੰਡਾ ਸਕਾ ਲਿਆ, ਫਟਕੜੀ ਮਾੜੀ ਜਿਹੀ ਗਿੱਲੀ ਕਰੀ, ਰਗੜ ਲਈ। ਮੈਂ ਕਹਿੰਦਾ ਬੱਲੇ ਬੱਲੇ ਬੱਲੇ, ਕੋਈ ਮਹਿੰਗਾ ਡਿਓਡਰੈਂਟ ਦੀ ਲੋੜ ਨਹੀਂ ਹੈ। ਮਗਰ ਹਾਂ, ਫਰੈਗਨੈਂਸ ਨਹੀਂ ਆਊਗੀ। ਫਰੈਗਨੈਂਸ ਦਾ ਮੈਂ ਦਵਾਨਾ ਨਹੀਂ ਹੈਗਾ। ਫਰੈਗਨੈਂਸ ਆਰਟੀਫਿਸ਼ੀਅਲ ਹੁੰਦੀ ਹੈ, ਉਹ ਤੰਗੇ ਕਰਦੀ ਹੈ, ਕਈਆਂ ਨੂੰ ਅਲਰਜਿਕ ਹੁੰਦੀ ਹੈ। ਤੁਸੀਂ ਆਪੇ ਦੱਸਿਆ ਤੁਹਾਨੂੰ ਤੰਗ ਕਰਦੀ ਹੈ, ਤੁਹਾਨੂੰ ਪਰਫਿਊਮ ਪਸੰਦ ਨਹੀਂ, ਮੈਨੂੰ ਪਰਫਿਊਮ ਪਸੰਦ ਨਹੀਂ। ਉਹ ਨੈਚੁਰਲ ਚੀਜ਼ ਹੀ ਨਹੀਂ ਹੈ। ਨੈਚੁਰਲ ਚੀਜ਼ ਤਾਂ ਨੈਚੁਰਲ ਚੀਜ਼ ਹੈ, ਅਤੇ ਨੈਚੁਰਲ ਚੀਜ਼ ਬਾਡੀ ਬਣਾਉਂਦੀ ਹੈ। ਅਗਰ ਤੁਹਾਡੀ ਬਾਡੀ 'ਚ ਮੁਸ਼ਕ ਹੈ ਤਾਂ ਮੈਂ ਤੁਹਾਨੂੰ 2 ਚੀਜ਼ਾਂ ਦੱਸੂਗਾ ਜਿਹੜੇ ਤੁਹਾਨੂੰ ਕਹਿੰਦੇ ਨਹੀਂ ਸਮੈਲ ਆਉਂਦੀ। ਪਹਿਲਾਂ ਡਾਈਟ ਫਿਕਸ ਕਰੋ, ਜੇ ਉਸ ਟਾਈਮ ਦੇ ਵਿੱਚ ਹਜੇ ਵੀ ਸਮੈਲ ਹੈ ਤੁਸੀਂ ਫਟਕੜੀ ਯੂਜ਼ ਕਰ ਸਕਦੇ ਹੋ। ਯਾਨੀ ਕਿ ਜਿਨ੍ਹਾਂ ਦੇ ਪਸੀਨੇ 'ਚੋਂ ਬਹੁਤ ਜ਼ਿਆਦਾ ਮੁਸ਼ਕ ਮਾਰਦੀ ਹੈ, ਜਰਾਬਾਂ ਤਾਰੀਆਂ ਤੇ ਬੰਦਾ ਜਿਹੜਾ ਕਮਰੇ 'ਚ ਬੈਠਾ ਉੱਠ ਕੇ ਬਾਹਰ ਭੱਜ ਜਾਂਦਾ, ਜਾਂ ਫਿਰ ਉਹ ਜਿਹੜਾ ਜਰਾਬਾਂ ਨਾਲ ਜਿੰਨਾ ਕੁਛ ਅੰਦਰ ਹੁੰਦਾ ਉਹ ਸਾਰਾ ਮੁਰਝਾ ਜਾਂਦਾ। ਅਤੇ ਉਹ ਬੰਦਿਆਂ ਲਈ ਜਿਹੜਾ ਇਹ ਤੁਸੀਂ ਇਲਾਜ ਦੱਸ ਰਹੇ ਹੋ ਵੀ ਕੀ ਕਰਨਾ ਚਾਹੀਦਾ। ਜਿਹੜਾ ਜਰਾਬਾਂ ਵਾਲਾ ਉਹਦੇ ਪਰ ਸਪੈਸ਼ਲ ਵੀਡੀਓ ਕਰੀ ਸੀ, ਉਹ ਲਿਵਰ ਦੀ ਪ੍ਰੋਬਲਮ ਹੈ। ਜਿਹੜੀ ਆਪਾਂ ਪੈਰਾਂ ਵਾਲੀ ਵੀਡੀਓ ਕਰੀ ਸੀ, ਉਹ ਲਿਵਰ ਦਾ ਇੱਕੋ ਤਰੀਕਾ ਹੈ। ਉਹ ਬਹੁਤ ਗੰਦਾ ਸਾਈਨ ਹੈ। ਉਹਦਾ ਮਤਲਬ ਹੈ ਉਹਨਾਂ 'ਚ ਹੈਵੀ ਮੈਟਲ ਇਕੱਠੇ ਹੋਣ ਲੱਗ ਗਏ, ਉਹ ਡੀਟੌਕਸੀਫਾਈ ਨਹੀਂ ਹੋ ਰਹੇ। ਤਾਂ ਪੈਰਾਂ 'ਚ ਜਾ ਕੇ ਉਹ, ਕਿਉਂਕਿ ਦੂਰ ਬਹੁਤ ਹੈ, ਉਹਨਾਂ ਨੂੰ ਤਾਂ ਮੈਂ ਐਕਸਰਸਾਈਜ਼ ਕਹਿੰਦਾ ਰਿਕਮੈਂਡ ਕਰਦਾ। ਸਾਡਾ ਲਿਵਰ ਵਾਲਾ ਪੂਰਾ ਪ੍ਰੋਗਰਾਮ ਕਰਨ ਨੂੰ ਕਹਿੰਦਾ। ਉਹ ਬਹੁਤ ਬੁਰਾ ਸਾਈਨ ਹੈ। ਉਹ ਫਿਊਚਰ 'ਚ ਹਾਈਪੋਗਲਾਈਸੀਮਿਕ ਹੋ ਸਕਦੇ ਨੇ, ਜਿਹੜਾ ਕਿ ਆਟੋਮੈਟਿਕਲੀ ਡਾਇਬਟੀਜ਼ ਬਣ ਜਾਏਗੀ। ਅਤੇ ਜਿਹੜਿਆਂ ਨੂੰ ਆਹ ਹੈਗੀ ਹੈ ਨਾ ਕਿ ਅੰਡਰ ਆਰਮਸ 'ਚੋਂ ਸਮੈਲ ਆਉਂਦੀ ਹੈ, ਉਹਨਾਂ ਲਈ ਬਹੁਤ ਸਿੰਪਲ ਤਰੀਕਾ ਹੈ। ਪਹਿਲਾਂ ਤਾਂ ਲਾਈਟ ਚੇਂਜ ਕਰ ਲਓ, ਨਾਲ ਤੁਸੀਂ ਨਹਾਉਣ ਤੋਂ ਬਾਅਦ ਫਟਕੜੀ ਯੂਜ਼ ਕਰਕੇ ਦੇਖੋ। ਕਈ ਲੋਕਾਂ ਨੂੰ ਫਟਕੜੀ ਰਿਐਕਟ ਕਰ ਜਾਂਦੀ ਹੈ, ਕਿਉਂਕਿ ਫਟਕੜੀ ਸਾਲਟ ਹੈ। ਉਹ ਜਿਵੇਂ ਸਮਝੇ ਨਾ ਚੀਗਾ ਪੈ ਗਈਆਂ ਕਹਿੰਦੇ ਪੰਜਾਬੀ 'ਚ। ਤਾਂ ਤੁਸੀਂ ਕੀ ਕਰਨਾ, ਉਹ ਲਾਉਣ ਤੋਂ ਬਾਅਦ ਇੱਕ ਸੁੱਕੇ ਕੱਪੜੇ ਨਾਲ ਉਹਨੂੰ ਸਾਫ਼ ਕਰ ਦੇਣਾ। ਉਹ ਐਕਸੈਸ ਬਾਹਰ ਆ ਜੂਗੀ, ਤਾਂ ਕਿ ਤੁਹਾਨੂੰ ਮੁਸ਼ਕ ਨਾ ਆਵੇ ਅਤੇ ਤੁਹਾਨੂੰ ਉਹਦੇ ਕਰਕੇ ਰੈਸ਼ਿਸ ਨਾ ਪੈ ਜਾਣ। ਚੀਗਾ ਪੰਜਾਬੀ 'ਚ ਕਹਿੰਦੇ ਚੀਗਾ, ਇੰਗਲਿਸ਼ 'ਚ ਤਾਂ ਬੜਾ ਰੈਸ਼ ਨਾ ਪੈ ਜੇ। ਜੇ ਆਪਾਂ ਮੁਸ਼ਕ ਦੀ ਗੱਲ ਹੀ ਕਰ ਲਈਏ, ਸਮੈਲ ਦੀ ਗੱਲ ਹੀ ਕਰ ਲਈਏ, ਤਾਂ ਬਹੁਤ ਸਾਰੇ ਲੋਕਾਂ ਨੂੰ ਮੂੰਹ 'ਚੋਂ ਸਮੈਲ ਆਉਣ ਦੀ ਜਿਹੜੀ ਆਦਤ ਹੈਗੀ ਹੈ, ਉਹ ਮਤਲਬ ਪ੍ਰੋਬਲਮ ਸਮੱਸਿਆ ਹੈਗੀ ਹੈ ਕਿ ਉਹ ਆਪ ਵੀ ਇਸ ਗੱਲ ਤੋਂ ਬੜੇ ਤੰਗ ਹੁੰਦੇ, ਅਤੇ ਜਿਹੜਾ ਬੰਦਾ ਉਹਨਾਂ ਦੇ ਨੇੜੇ ਬੈਠਦਾ ਉਹਨਾਂ ਨੂੰ ਵੀ ਬੜੀ ਤੰਗੀ ਆਉਂਦੀ ਹੈ। ਜਿਨ੍ਹਾਂ ਲੋਕਾਂ ਦੇ ਮੂੰਹ 'ਚੋਂ ਸਮੈਲ ਆਉਂਦੀ ਹੈ ਉਹ ਕੀ ਕਰਨ, ਕਿਉਂਕਿ ਉਹਨਾਂ ਨੂੰ ਪਤਾ ਤਾਂ ਹੁੰਦਾ ਨਾ, ਉਹ ਕਬੂਲ ਕਰਨ ਨੂੰ ਆਉਂਦੇ ਨੇ ਵੀ ਮੇਰੇ ਮੂੰਹ 'ਚੋਂ ਸਮੈਲ ਆ ਰਹੀ ਹੈ। ਉਹ ਕਹਿੰਦਾ ਨਹੀਂ, ਮੇਰੇ ਮੂੰਹ 'ਚ ਤਾਂ ਕੋਈ ਸਮੈਲ ਨਹੀਂ, ਤੁਸੀਂ ਉਹੀ ਕਰੀ ਜਾਂਦੇ ਹੋ, ਜਦ ਕਿ ਉਹਨੂੰ ਆਪ ਨੂੰ ਪਤਾ ਲੱਗ ਰਿਹਾ ਹੁੰਦਾ। ਅਤੇ ਉਹ ਹੁਣ ਮਤਲਬ ਸਿਚੁਏਸ਼ਨ ਬੜੀ ਔਡ ਹੁੰਦੀ ਹੈ, ਉਹ ਤੋਂ ਲੋਕ ਭੱਜਦੇ ਨੇ। ਉਹਨਾਂ ਨੂੰ ਕੀ ਕਰਨਾ ਚਾਹੀਦਾ? ਪਹਿਲਾਂ ਤਾਂ ਹਾਸੇ ਵਾਲੀ ਗੱਲ ਦੱਸਦਾ, 1.5-2 ਸਾਲ ਪਹਿਲਾਂ ਦਿੱਲੀ ਗਿਆ ਸੀਗਾ, ਨਾਮ ਨਹੀਂ ਬੋਲੂੰਗਾ, ਬੰਦਾ ਗੁੱਸੇ ਹੋ ਜਾਏਗਾ, ਹੈ ਨਾ। ਕੋਈ ਬੰਦਾ ਨਾਲ ਬਿਠਾਤਾ ਕਿਸੇ ਨੇ ਕਿ ਛੱਡ ਦੀ ਦਿੱਲੀ। ਮੈਂ ਗੱਡੀ 'ਚ AC ਨਹੀਂ ਲਾਇਆ ਜੀ, ਮੈਨੂੰ ਪਤਾ 5 ਘੰਟੇ ਮੈਂ ਕਿਹਾ AC ਐਂ ਲੱਗੇ ਕਿਸੇ ਨੇ ਸਲਫਿਊਰਿਕ ਐਸਿਡ ਲਿਆ ਕੇ ਨਾ ਉਬਾਲਾ ਪਾਤਾ ਹੁੰਦਾ ਕਾਰ ਦੇ ਵਿੱਚ। ਮੈਨੂੰ, ਮੈਂ ਐਜ਼ ਅ ਹੈਲਥ ਕੋਚ, ਮੈਨੂੰ ਪਤਾ ਲਿਵਰ ਫੈਟੀ, ਉਹ ਵੀ ਇਹ ਤਾਂ ਬਹੁਤ ਸਿਰੇ ਦਾ ਫੈਟੀ ਲਿਵਰ ਹੈ, ਇਹਨੂੰ ਸਲਫਿਊਰਿਕ ਬ੍ਰੈਥ ਕਹਿੰਦੇ ਆ। ਅਤੇ ਇਹ ਹਾਂ, ਇਹ ਬਹੁਤ ਬੁਰਾ ਸਾਈਨ ਹੈ। ਇਹ ਲਿਵਰ ਦੀ ਪ੍ਰੋਬਲਮ ਹੈ। ਲੋਕ ਕਹਿਣਗੇ ਢਿੱਡ 'ਚ ਪ੍ਰੋਬਲਮ ਹੈ, ਨਾ, ਇਹ ਸਾਰੀ ਲਿਵਰ ਦੀ ਪ੍ਰੋਬਲਮ ਹੈ। ਡਾਈਜੈਸ਼ਨ ਗਈ ਜਾਂ ਫਿਰ ਕਲੌਗ ਅਪ ਹੋ ਗਈ, ਲਿਵਰ ਸਲਫਿਊਰਿਕ ਬ੍ਰੈਥ ਦੇਣ ਲੱਗ ਜਾਂਦਾ। ਇਹ ਬਹੁਤ ਹਾਇਰ ਕੰਡੀਸ਼ਨ ਹੈ। ਇੱਕ ਤਾਂ ਹੁੰਦੀ ਹੈ ਸਵੇਰੇ ਸਿਰ ਮੂੰਹ 'ਚੋਂ ਥੋੜ੍ਹੀ ਸਮੈਲ ਆਈ। ਕਈਆਂ ਦੇ ਹੁਣ ਸਾਡੇ ਪ੍ਰੋਗਰਾਮ 'ਚ ਬਹੁਤ ਲੋਕ ਰਿਪੋਰਟ ਕਰਦੇ ਜਦੋਂ ਵਰਤ ਰੱਖਦੇ ਨਾ 1.5 ਦਿਨ ਹੋ ਜਾਂਦਾ, ਕਹਿੰਦੇ ਰਵਿੰਦਰ ਜੀ ਇਹੋ ਜਿਹੀ ਸਮੈਲ ਆਈ ਕਿ ਰਹੇ ਰੱਬ ਦਾ ਨਾਂ। ਮੈਂ ਕਿਹਾ ਚੰਗੀ ਸੀ। ਕਹਿੰਦੇ ਕਿਉਂ? ਮੈਂ ਕਿਹਾ ਪਹਿਲੀ ਵਾਰੀ ਬਾਡੀ ਨੇ ਉਹਨੂੰ ਖਾਇਆ ਜਿਹੜਾ ਖਾਣ ਲਈ ਬਣਿਆ ਨਹੀਂ ਸੀ। ਐਡਵਾਂਸ ਗਲਾਈਕੇਟਿਡ ਐਂਟੀਟੀਜ਼, ਫੋਲਡਡ ਪ੍ਰੋਟੀਨਸ, ਜਿਹੜੀ ਚੀਜ਼ਾਂ ਬਾਡੀ ਖਾ ਨਹੀਂ ਸੀ, ਡੈਡ ਸੈੱਲ, ਉਹ ਸਮੈਲ ਚੰਗੀ ਹੈ। ਮਗਰ ਲੋਕਾਂ ਦੇ ਮੱਲੋ ਮੱਲੀ ਮੁਸ਼ਕ ਆਉਂਦੀ ਹੈ। ਉਹ ਮੱਲੋ ਮੱਲੀ ਮੁਸ਼ਕ ਆਉਣੀ ਲਿਵਰ ਦਾ ਸਾਈਨ ਹੈ। ਚਿੱਟੀ ਜੀਭ ਅਤੇ ਮੁਸ਼ਕ ਲਿਵਰ ਦਾ ਸਾਈਨ ਹੈ। ਮੈਂ ਹਰ ਵਾਰੀ ਦੱਸਦਾ। ਤਾਂ ਉਸ 'ਚ ਕੁਛ ਨਹੀਂ, ਲਿਵਰ ਦਾ ਪ੍ਰੋਟੋਕੋਲ ਹੈ ਨਾ। ਉਸ 'ਚ ਆਪਾਂ ਜਿਵੇਂ ਕਿ ਮਿਲਕ ਥਿਸਲ, ਅਸ਼ਵਗੰਧਾ, ਐਪਲ ਸਾਈਡਰ, ਬੀਟੇਨ ਹਾਈਡਰੋਕਲੋਰਾਈਡ ਅਤੇ ਵਿਟਾਮਿਨ C, ਰਾਮਬਾਣ ਹੈ। ਅਤੇ ਉਹਨਾਂ ਨੂੰ ਮੈਂ ਜਿਵੇਂ ਆਪਾਂ ਤੁਹਾਨੂੰ ਇੱਕ ਹੋਰ ਫਾਰਮੂਲਾ ਦਿੱਤਾ ਸਵੇਰੇ ਬਣਾ ਕੇ, ਕੋਕੋਨਟ ਆਇਲ ਦੇ ਵਿੱਚ ਉਹ ਚੀਜ਼ਾਂ ਪਾ ਕੇ, ਉਹ ਮੈंने ਬਣਾ ਕੇ ਰੱਖਿਆ ਫਰਿੱਜ 'ਚ, ਹੁਣ ਵੀ ਪਿਆ ਮੇਰੇ ਕੋਲ। ਮੈਂ ਉਹ ਚੀਜ਼ਾਂ ਯੂਜ਼ ਕਰਦਾ ਫਿਰ। ਮਗਰ ਉਹਨਾਂ ਨੂੰ ਫਾਸਟਿੰਗ ਅਤੇ ਲਿਵਰ ਦਾ ਇੱਕ ਪੂਰਾ ਪ੍ਰੋਟੋਕੋਲ ਹੈ, ਇੱਕ ਪੂਰਾ ਪ੍ਰੋਗਰਾਮ ਹੈ, ਉਹ ਫੋਲੋ ਕਰਨਾ ਪੈਂਦਾ ਉਸ ਚੀਜ਼ 'ਚ। ਫਾਸਟਿੰਗ ਦੀ ਗੱਲ ਕਰਦੇ ਹੋ, ਅਕਸਰ ਗੱਲ ਕਰਦੇ ਹੋ ਕਿ 1 ਮੀਲ ਆ ਡੇ ਜਿਹੜਾ ਬੰਦਾ ਉਹ ਖਾਣਾ ਚਾਹੀਦਾ ਉਹਨੂੰ। 1 ਮੀਲ ਦਾ ਡੇ ਕਹਿ ਤਾਂ ਦਿੰਦੇ ਆ, ਉਦੋਂ ਬਾਅਦ ਬੰਦਾ ਜਿਹੜਾ ਸਾਹਮਣੇ ਵਾਲਾ ਹੁੰਦਾ ਉਹਨੂੰ ਸਵਾਲ ਆਉਂਦਾ ਦਿਮਾਗ 'ਚ ਵੀ 1 ਮੀਲ ਲੈ ਤਾਂ ਲਵਾਂ, ਪਰ ਬਾਕੀ ਦਾ ਸਮਾਂ ਮੇਰਾ ਨਿਕਲੂ ਕਿਵੇਂ? ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਕਿਵੇਂ, ਕੀ ਕਰਾਂ ਮੈਂ ਉਹਦੇ ਵਿੱਚ? ਠੀਕ ਹੈ, ਹੁਣ ਜਿਵੇਂ ਤੁਹਾਨੂੰ ਮੈਂ ਅੱਜ ਦੱਸਿਆ ਕਿ ਮੈਂ ਲੈਂਡ ਕਰਿਆ ਸੀਗਾ 12 ਤਰੀਕ ਨੂੰ ਤੜਕੇ, ਮੈਂ 13 ਤਰੀਕ ਨੂੰ ਦਿੱਲੀ ਰਿਹਾ, 14 ਤਰੀਕ ਨੂੰ ਮੈਂ ਪਟਿਆਲੇ ਆ ਗਿਆ। 14 ਰਾਤ ਨੂੰ ਮੈਨੇ ਪਤਾ ਨਹੀਂ ਕੀ ਹੋਇਆ ਜੀ ਕਿ 15 ਨੂੰ ਮੇਰਾ ਸਵੇਰੇ ਸਰੀਰ ਟੁੱਟ ਗਿਆ। ਮੈਂ ਇਹੋ ਜਿਹਾ, ਮੈਂ ਸਰੀਰ ਨੂੰ ਕਦੇ ਪਰਵਾਹ ਨਹੀਂ ਦਿੱਤੀ। ਸ਼ਾਮ ਤੱਕ ਕਾਸੇ ਕੰਮ ਕਰਕੇ ਨਾ ਇਹੋ ਜਿਹਾ ਹਾਲ ਹੋ ਗਿਆ, ਮੈਂ ਕਿਹਾ ਲੈ ਵੀ ਬੁਖਾਰ ਹੋਇਆ ਲੱਗਦਾ। ਅਤੇ ਮੈਨੇ ਇਹ ਗੈਲ ਹੀ ਨਹੀਂ ਕਰਿਆ ਕਿ ਮੈਨੂੰ ਸ਼ਾਇਦ ਬੁਖਾਰ ਹੈ। ਜਦੋਂ ਥਰਮਾਮੀਟਰ ਮੂੰਹ 'ਚ ਪਾਇਆ ਰਾਤ ਨੂੰ 103.1, ਮੇਰਾ ਜਿਹੜਾ ਸਾਡਾ ਮੈਡੀਕਲ ਐਡਵਾਈਜ਼ਰ ਹੈ
ਉਹ ਕਹਿੰਦੇ ਪੱਟੀਆਂ ਰੱਖ ਲਓ ਸਿਰ ਤੇ, ਫਲਾਣਾ ਕਰ ਲਓ, ਟਮਕਾਣਾ ਕਰ ਲਓ। ਮੈਂ ਕਿਹਾ ਕੋਈ ਲੋੜ ਨਹੀਂ ਹੈ, ਮੈਨੂੰ ਪਤਾ ਕੀ ਚੱਕਰ ਹੈ, ਇਹਦੇ ਪਿੱਛੇ ਇੱਕ ਸਾਇੰਸ ਹੈ। ਮੈਨੂੰ ਸ਼ੱਕ ਸੀ 2 ਚੀਜ਼ਾਂ ਤੇ। ਸਾਡੀ ਫਲਾਈਟ 'ਚ ਇੱਕ ਪੇਸ਼ੈਂਟ ਸੀਗਾ ਬਹੁਤ ਬੁਰਾ, ਉਹਨਾਂ ਨੇ ਇਥੋਪੀਆ ਤੋਂ ਚੜ੍ਹਾਤਾ। ਮੈਂ ਕਿਹਾ ਕਿਤੇ ਜਾਂ ਤਾਂ ਕੋਈ ਬੈਕਟੀਰੀਅਲ ਵਾਇਰਲ ਚੱਕ ਲਿਆ ਜਾਂ ਫੂਡ ਪੋਇਜ਼ਨਿੰਗ, ਉਹ 2 ਚੀਜ਼ਾਂ ਪਤਾ ਲੱਗ ਜਾਏਗਾ। ਬੋਡੀ ਟੈਂਪਰੇਚਰ ਚੱਕਦੀ ਹੈ ਅੰਦਰੋਂ ਕੋਈ ਚੀਜ਼ ਮਾਰਨ ਲਈ। ਉਹਨੇ ਆਪਣਾ ਪੂਰਾ ਪ੍ਰੋਸੈਸ ਕਰਨਾ। ਮੈਨੇ ਕੋਈ ਦਵਾਈ ਨਹੀਂ ਖਾਈ ਜੀ, ਐਂ ਝੂਠ ਬੋਲਾਂ। ਮੈਨੂੰ ਬੜਾ ਕੁਝ ਰਿਕਮੈਂਡ ਕਰਿਆ ਗਿਆ, ਫਲਾਣਾ ਟਮਕਾਣਾ ਇਹ ਉਹ, ਤੂੰ ਮੈਂ ਟੈਸਟ ਕਰਾ ਲੈ। ਇੱਕ ਨੇ ਤਾਂ ਵੀ ਕਹਤਾ ਜੀ ਕਿ ਡੇਂਗੂ ਫੈਲਿਆ ਹੋਇਆ, ਤੁਸੀਂ ਇੱਕ ਫਲਾਣਾ ਟੈਸਟ ਕਰਾ ਲਓ, ਪਤਾ ਨਹੀਂ ਕਿਹੜਾ CDC ਵਾਲਾ, ਪਤਾ ਨਹੀਂ ਕਿਹੜਾ ਟੈਸਟ, ਹਾਂ CBC, ਮੈਨੂੰ ਤਾਂ ਨਾਮ ਹੀ ਨਹੀਂ ਪਤਾ ਜੀ। ਮੈਂ ਉਹਨਾਂ ਨੂੰ ਗੱਲ ਪੁੱਛੀ, ਮੈਂ ਕਿਹਾ ਠੀਕ ਹੈ ਕਿ ਟੈਸਟ 'ਚ ਹਾਸੇ ਵਾਲੀ ਗੱਲ ਹੈ, ਹਾਂ। ਮੈਂ ਕਿਹਾ ਅਗਰ ਪਲੇਟਲੇਟ ਕਾਊਂਟ ਡਾਊਨ ਆ ਗਏ ਤਾਂ ਕੀ ਮਤਲਬ ਹੈ? ਕਹਿੰਦੇ ਸ਼ਾਇਦ ਡੇਂਗੂ ਹੈ। ਮੈਂ ਕਿਹਾ ਉਹਦਾ ਇਲਾਜ ਕੀ ਹੈ? ਕਹਿੰਦੇ ਉਹਦੀ ਦਵਾਈ ਕੋਈ ਨਹੀਂ ਹੈ। ਮੈਂ ਕਿਹਾ ਫਿਰ ਟੈਸਟ ਕਰਾ ਕੇ ਮੈਂ ਕੀ ਕਰਨਾ? ਟੈਸਟ 'ਚ ਆ ਗਿਆ ਕਿ ਡਾਊਨ ਹੈ। ਮੈਂ ਕਿਹਾ ਇਲਾਜ ਕੀ ਹੈ? ਕਹਿੰਦੇ ਤੁਹਾਨੂੰ ਕਹਿਣਗੇ ਹਾਈਡਰੇਸ਼ਨ ਪੂਰੀ ਕਰੋ। ਮੈਂ ਕਿਹਾ ਅਸੀਂ ਵੈਸੇ ਹੀ ਕਰਦੇ ਹਾਂ। ਮੈਂ ਕੀ ਕਰਿਆ, ਹਾਂ ਮੈਂ ਤੁਹਾਡੇ ਸਵਾਲਾਂ ਨੂੰ ਕਿਵੇਂ ਜੋੜ ਰਿਹਾ। ਮੈਨੇ 43 ਘੰਟੇ ਕੁਝ ਨਹੀਂ ਖਾਇਆ ਉਸ ਰਾਤ ਤੋਂ ਲੈ ਕੇ ਕੱਲ੍ਹ, ਹੈ ਨਾ, ਜਿਹੜੀ ਤਰੀਕ ਸੀਗੀ, ਦੁਪਹਿਰ ਤੱਕ ਮੈਨੇ ਕੁਝ ਨਹੀਂ ਖਾਇਆ। ਜਦੋਂ ਕੱਲ੍ਹ ਦੁਪਹਿਰ ਨੂੰ ਮੈਨੂੰ ਮੋੜਾ ਫੀਲ ਹੋ ਗਿਆ, ਮੈਨੂੰ ਲੱਗਿਆ ਲੈ ਵੀ ਦੁਬਾਰਾ ਖੜਨ ਲੱਗਾ ਹੋ ਗਿਆ। ਪਹਿਲਾਂ ਤਾਂ ਮੈਂ ਖੜ੍ਹ ਨਹੀਂ ਹੋ ਪਾ ਰਿਹਾ ਸੀ, ਮੇਰਾ ਸਿਰ ਘੁੰਮਦਾ ਸੀ। ਐਡਰੀਨਲਸ ਦੇ ਉੱਪਰ ਬਹੁਤ ਪ੍ਰੈਸ਼ਰ ਪੈਂਦਾ ਕਿਉਂਕਿ ਸਾਰੀ ਬੋਡੀ ਨੇ ਜਾਣ ਕਿਸੇ ਹੋਰ ਪਾਸੇ ਲਈ ਹੁੰਦੀ ਹੈ। ਮੈਨੇ ਉਹਨੂੰ ਖਵਾ ਕੇ, ਜੇ ਮੈਂ ਉਹਨੂੰ ਉਸ ਟਾਈਮ ਖਵਾ ਦਿੰਦਾ, ਮੇਰਾ ਲਿਵਰ ਕੀ ਕਰਦਾ, ਹਾਂ ਉਹਨੂੰ ਬਾਇਲ ਬਣਾਉਣਾ ਪੈ ਜਾਂਦਾ। ਉਹ ਕਹਿੰਦਾ ਭਰਾਵਾ ਮੈਨੂੰ ਇਮਿਊਨਿਟੀ ਵਾਲਾ ਤਾਂ ਕੰਮ ਕਰ ਲੈਂਦੇ। ਮੈਨੇ ਕੀ ਕਰਿਆ ਜੀ, ਮੈਨੇ ਵਿਟਾਮਿਨ C ਦੇ ਫੱਕੇ ਮਾਰੇ। ਮੈਨੇ ਦਿਨ 'ਚ 6 3 ਕਰਕੇ 9 ਵਿਟਾਮਿਨ C ਖਾ ਗਿਆ ਹੋਣਾ ਮੈਂ। ਮੈਨੇ ਨਿੰਬੂ ਪਾਣੀ, ਵੱਧ ਤੋਂ ਵੱਧ ਮੋਰਿੰਗਾ, ਆਪਣਾ ਕੀ ਨਾਮ ਹੈ, ਬੀਟਨ ਹਾਈਡਰੋਕਲੋਰਾਈਡ, ਅਸ਼ਵਗੰਧਾ ਅਤੇ ਮਿਲਕ ਥਿਸਲ, ਬਸ ਮੈਨੇ 1.5 ਦਿਨ ਕੱਢਤਾ। ਹੁਣੇ ਤਾਂ ਮੈਂ ਲੋਕੀ ਕਹਿੰਗੇ ਤਾਂ ਰਵਿੰਦਰ ਤੁਸੀਂ ਹੋ ਕਿ ਤੁਹਾਨੂੰ ਤਾਂ ਆਦਤਾਂ ਪਾਈ ਹੋਈਆਂ। ਸੱਚੀ ਗੱਲ ਹੈ, ਝੂਠ ਨਹੀਂ ਹੈ, ਮੈਨੇ ਆਦਤਾਂ ਪਾਈ ਹੋਈਆਂ। ਮੈਂ ਤਾਂ 5 ਦਿਨ ਦੀ ਆਦਤਾਂ ਪਾਈਆਂ ਹੋਈਆਂ ਨੇ। ਬੰਦਾ ਸਵੇਰੇ ਉੱਠਿਆ, ਇੱਕ 1 ਮੀਲ ਡੇ ਉਹਨੇ ਕਰਨਾ ਹੈਗਾ, ਐਪਲ ਸਾਈਡਰ ਵਿਨੇਗਰ ਤੋਂ ਸਟਾਰਟ ਕਰੇ। ਹਾਂਜੀ, ਐਕਚੁਅਲ 'ਚ ਕਦੇ ਵੀ 1 ਮੀਲ ਡੇ ਤੋਂ ਸ਼ੁਰੂ ਨਹੀਂ ਕਰਨਾ। ਇਹਦਾ ਇੱਕ ਤਰੀਕਾ ਜਿਵੇਂ ਅੱਗੇ ਵੀਡੀਓ 'ਚ ਦੱਸਿਆ, ਆਮ ਬੰਦਾ ਸਾਡੇ ਕੋਲ ਆਉਂਦਾ, ਉਹ 8 ਵਾਰੀ ਖਾਣਾ ਖਾ ਰਿਹਾ ਹੁੰਦਾ, ਉਹਨੂੰ ਪਤਾ ਵੀ ਨਹੀਂ ਹੁੰਦਾ। ਸਵੇਰ ਵਾਲੀ ਚਾਹ, ਨਾਸ਼ਤਾ ਚਾਹ, ਲੰਚ ਚਾਹ, ਘਰ ਆ ਕੇ ਨਾਸ਼ਤਾ, ਡਿਨਰ, ਉਰੇ ਦੁੱਧ ਜਾਂ ਆਈਸਕ੍ਰੀਮ, 8 ਤਾਂ ਆਮ ਬੰਦਾ ਕਰ ਰਿਹਾ ਹੁੰਦਾ। ਪਹਿਲਾਂ ਤਾਂ ਮੈਨੂੰ ਕਹਿੰਦੇ ਨਾਰਮਲ 'ਤੇ ਤਾਂ ਉਹ 3 ਵਾਰੀ 'ਤੇ ਆ ਜਾਓ ਕਿ ਇੱਧਰ ਉੱਧਰ ਉਰਾ ਪਰਾ ਖਾਣਾ ਬੰਦ ਕਰ ਦਿਓ, ਸਵੇਰੇ ਦੁਪਹਿਰੇ ਸ਼ਾਮ। ਫਿਰ ਜਦੋਂ ਇਸ 'ਤੇ ਆ ਗਿਆ, ਆ ਸ਼ਾਮ ਨੂੰ ਅੱਧਾ ਕਰ ਦੀਦਾ। ਜਦੋਂ ਸ਼ਾਮ ਅੱਧੀ ਕਰਤੀ, ਇਹਨੂੰ ਕੱਟਤਾ, ਫਿਰ 2 'ਤੇ ਆ ਜਾਣਾ। ਉਹ 2 ਸਿੰਪਲ ਜਿਹਾ ਟਾਈਮ ਮੈਂ ਦੱਸਿਆ ਹੋਇਆ, 12-7, ਕੋਸ਼ਿਸ਼ ਰੱਖੋ 12-7। ਅੱਜ ਕੱਲ੍ਹ ਦੇ ਟਾਈਮ ਨਾਲ 7 ਫਿਰ ਵੀ ਜ਼ਿਆਦਾ ਲੇਟ ਹੈ, ਮਗਰ 7 ਚੱਲ ਜਾਏਗਾ। ਉਸ ਤੋਂ ਬਾਅਦ ਇਹਨੂੰ ਅੱਧਾ ਕਰ ਦੇਣਾ। ਇਹ ਕਿਵੇਂ ਹੋ ਗਿਆ? ਇਹ ਹੋ ਗਿਆ 12 ਜਾਂ 1-6। ਇਸ ਵਕਤ ਇਹਦਾ ਮਤਲਬ ਹੈ ਸਿਰਫ ਹਲਕਾ, ਬਹੁਤ ਹਲਕਾ। ਫਿਰ ਇਹਨੂੰ ਨੇੜੇ ਲਿਆਣਾ। ਇਹ 12 ਤੋਂ 1 ਲੈ ਜਾਣਾ, ਇਹਨੂੰ 6 ਤੋਂ 5.5, ਇਹ ਨੇੜੇ ਲਿਆ ਕੇ ਇਹਨੂੰ 1 ਮੀਲ ਬਣਾ ਲੈਣਾ। ਪਰ ਇਹਦੇ ਦੌਰਾਨ ਜਿਹੜਾ ਆਪਾਂ ਪੀਣਾ ਜੇ ਹੋਵੇ, ਪੀਣੇ ਤੋਂ ਤਾਂ ਨਹੀਂ ਮਨਾ ਕਰਨਾ, ਪੀਣਾ ਕੀ ਹੈ? ਜੂਸ ਨਹੀਂ ਪੀਣਾ। ਇਹਦੇ 'ਚ ਤੁਸੀਂ ਕੋਈ ਵੀ ਫਰਕਟੋਸ ਵਾਲੀ ਚੀਜ਼ ਨਹੀਂ ਪੀਣੀ ਕਿਉਂਕਿ ਤੁਹਾਡਾ ਵਰਤ ਤੋੜ ਦੇਗੀ। ਵਰਤ ਦਾ ਮਤਲਬ ਹੈ ਇਨਸੂਲਿਨ 0। ਹੁਣ ਕੀ ਚੀਜ਼ ਇਨਸੂਲਿਨ ਨਹੀਂ ਬਣਾਉਂਦਾ? ਲਓ ਜੀ, ਪਹਿਲੀ ਚੀਜ਼ ਗ੍ਰੀਨ ਟੀ ਇਨਸੂਲਿਨ ਨਹੀਂ ਬਣਾਉਂਦੀ। ਬਲੈਕ ਟੀ ਬਿਨਾਂ ਦੁੱਧ ਤੋਂ ਇਨਸੂਲਿਨ ਨਹੀਂ ਬਣਾਉਂਦੀ। ਆਰਥੋਡਾਕਸ ਟੀ ਆਪਣੇ ਕੋਲ ਹੈਗੀ ਹੈ, ਇਨਸੂਲਿਨ ਨਹੀਂ ਬਣਾਉਂਦੀ। ਐਪਲ ਸਾਈਡਰ ਵਿਨੇਗਰ ਇਨਸੂਲਿਨ ਨਹੀਂ ਬਣਾਉਂਦਾ। ਲੈਮਨ ਜੂਸ, ਮਗਰ ਉਹ ਨਹੀਂ ਜਿਹੜਾ ਬਾਜ਼ਾਰਾਂ 'ਚ ਬਣਿਆ ਬਣਾਇਆ ਮਿਲਦਾ, ਉਹਨੂੰ ਗਰਮ ਕਰਕੇ ਪ੍ਰੀਜ਼ਰਵ ਕਰਿਆ ਹੁੰਦਾ ਨਾ, ਆਪ ਨਿੰਬੂ ਨਿਚੋੜ ਕੇ, ਕਿਉਂਕਿ ਨਿੰਬੂ ਤੇ ਜੂਸ 'ਚ ਬਹੁਤ ਫਾਈਬਰ ਹੁੰਦਾ। ਉਹਦੇ 'ਚ ਨੂਣ, ਉਹਦੇ 'ਚ ਐਪਲ ਸਾਈਡਰ ਵਿਨੇਗਰ। ਤੁਸੀਂ ਇੰਨਾ ਨੂਣ ਆਪਾਂ ਹਰ ਚੀਜ਼ 'ਚ ਪਾਈ ਜਾਵਾਂਗੇ, ਆਪਣਾ ਸੋਡੀਅਮ ਵੱਧ ਜਾਏਗਾ ਅੰਦਰ। ਨਹੀਂ, ਕਿਹੜਾ ਲੂਣ, ਕਿਹੜਾ? ਜੇ ਆਪਾਂ ਪਿੰਕ ਰੌਕ ਸਾਲਟ ਵੀ ਪਾਇਆ ਹੁੰਦਾ ਤਾਂ ਸੋਡੀਅਮ ਹੈ ਨਾ ਉਹਦੇ ਵਿੱਚ ਵੀ। ਸਮਝੋ ਤੁਸੀਂ, ਜਦੋਂ ਤੁਸੀਂ ਕਾਰਬੋਹਾਈਡਰੇਟਸ ਛੱਡਤੇ, ਤੁਹਾਡੀ ਬਾਡੀ ਦੀ ਸੋਡੀਅਮ ਰਿਟੈਂਸ਼ਨ ਘਟ ਜਾਂਦੀ ਹੈ, ਤਾਂ ਹੀ ਤਾਂ ਬਲੱਡ ਪ੍ਰੈਸ਼ਰ ਨਾਰਮਲ ਆਉਂਦਾ ਸਾਡੇ ਪ੍ਰੋਗਰਾਮ ਤੇ। ਅੱਜ ਮਿਲ ਕੇ ਕਾਰਬੋਹਾਈਡਰੇਟ ਘਟਾ ਤੇ ਮੰਨ ਲਓ ਜੇ ਬੰਦਾ ਆਪਣੇ ਹਲੇ ਮੁਤਾਬਕ ਨਹੀਂ ਚੱਲ ਰਿਹਾ, ਤਾਂ ਵੀ ਉਹ ਇੱਕ ਟਾਈਮ ਮਿਲਟਸ ਖਾ ਰਿਹਾ, ਬਾਕੀ ਟਾਈਮ ਕੁਛ ਨਹੀਂ ਖਾ ਰਿਹਾ। ਹੋਰ ਇੱਕ ਟਾਈਮ ਮਿਲਟਸ ਖਾ ਰਿਹਾ, ਬਾਕੀ ਟਾਈਮ ਉਹ ਜੇ ਮੰਨ ਲਓ ਫਰੂਟ ਖਾ ਲੈਂਦਾ ਜਾਂ ਸੈਲਡ ਖਾ ਲੈਂਦਾ ਜਾਂ ਕੁਛ ਕਰ ਲੈਂਦਾ, ਤਾਂ ਵੀ ਉਹਨੂੰ ਸੋਡੀਅਮ ਇੰਨਾ ਤੰਗ ਨਹੀਂ ਕਰਦਾ। ਉਹਨੂੰ ਮੈਂ ਜ਼ਿਆਦਾ ਸੋਡੀਅਮ ਰਿਕਮੈਂਡ ਕਰੂੰਗਾ, ਕਿਉਂਕਿ ਜਦ ਤੁਸੀਂ ਕਾਰਬਸ ਬਿਲਕੁਲ ਛੱਡ ਦੋਗੇ ਤੇ ਤੁਸੀਂ ਫਰਕਟੋਸ ਤੋਂ ਆਫ ਹੋ ਜਾਓਗੇ, ਤੁਹਾਡੀ ਨੀਡ ਆਫ ਸਾਲਟ, ਸੋਡੀਅਮ ਨਹੀਂ, ਨੀਡ ਆਫ ਸਾਲਟ ਵੱਧ ਜਾਏਗੀ। ਅੱਛਾ ਹਾਂ, ਸੱਚ ਮੈਨੂੰ ਗੱਲਾਂ 'ਚ ਯਾਦ ਆ ਗਈ, ਅੱਜ ਸਾਡਾ ਖੁਲਾਸੇ ਵਾਲੀ ਗੱਲ ਹੈ, ਟੀਮ ਮੈਨੂੰ ਗਾਲਾਂ ਕੱਢੇਗੀ, ਸਾਡਾ ਅੱਜ ਸਾਲਟ ਲਾਂਚ ਹੋ ਗਿਆ, ਕਿਉਂਕਿ ਤੁਹਾਡੇ ਉਸ ਦਿਨ ਪ੍ਰੋਗਰਾਮ 'ਤੇ ਬਹੁਤ ਲੋਕਾਂ ਨੇ ਆਪਣੀ ਵੀਡੀਓ 'ਤੇ ਸਾਲਟ ਲਿਖ ਕੇ ਭੇਜਿਆ ਸੀ। ਮੈਨੇ ਐਂ ਝੂਠ ਨਹੀਂ ਬੋਲਦੇ, ਉਹ ਵੀਡੀਓ 'ਤੇ ਜਾ ਕੇ ਮੈਨੇ ਕਮੈਂਟ ਸਾਰੇ ਪੜ੍ਹੇ ਨੇ, ਕਿਉਂਕਿ ਮੈਂ ਕਿਹਾ ਸੀ। ਉਸ ਕਰਕੇ ਮੈਨੇ ਟੀਮ ਨੂੰ ਰਿਕੁਐਸਟ ਕਰੀ, ਪਾਕਿਸਤਾਨ ਤੋਂ ਸਪੈਸ਼ਲ, ਮੈਂ ਤੁਹਾਨੂੰ ਮੈਸੇਜ ਵੀ ਦਿਖਾਊਂਗਾ ਤੁਹਾਨੂੰ ਬਾਅਦ ਚੋਂ ਕਰਵਾ ਜੀ, ਇੱਕ ਸਪੈਸ਼ਲ ਹਿੱਲ ਹੈ ਉੱਥੇ, ਉਸ ਤੋਂ ਪ੍ਰੋਕਿਓਰ ਕਰਿਆ ਹੋਇਆ ਨਮਕ ਹੈ, ਪਿੰਕ ਸਾਲਟ, ਉਹ ਆਪਾਂ ਅਵੇਲ ਕਰ ਲਿਆ। ਉਹ ਇਸ ਵਕਤ ਆਰਡਰ ਲਈ ਅੰਸ਼ੁਲ ਦੇ ਕੋਲ ਜਿਹੜਾ ਵੀ ਚਾਹੁੰਦਾ ਮਿਲ ਜਾਏਗਾ। ਤਾਂ ਹਾਂ,
ਜਦ ਤੁਸੀਂ ਕਾਰਬੋਹਾਈਡਰੇਟਸ ਬਿਲਕੁਲ ਛੱਡਤੇ ਤੁਹਾਡੀ ਸਾਲਟ ਦੀ ਨੀਡ ਬਹੁਤ ਹਾਈ ਹੋ ਜਾਂਦੀ ਹੈ। ਤਾਂ ਹੀ ਬਹੁਤ ਲੋਕੀ ਪਹਿਲਾਂ ਕਹਿੰਦੇ ਮੈਨੂੰ ਰਵਿੰਦਰ ਤੁਹਾਡੀ ਡਾਈਟ ਤੋਂ ਸਿਰ ਦਰਦ ਹੋ ਗਿਆ। ਮੈਂ ਕਿਹਾ ਸਿਰ ਦਰਦ ਨਹੀਂ ਹੋਇਆ, ਤੁਹਾਡੇ ਇਲੈਕਟ੍ਰੋਲਾਈਟਸ ਚਲੇ ਗਏ। ਇਲੈਕਟ੍ਰੋਲਾਈਟਸ ਕਿਵੇਂ ਪੂਰੇ ਕਰਨੇ? ਨਿੰਬੂ ਲੂਣ, ਨਿੰਬੂ ਲੂਣ। ਇੱਕ ਆਮ ਬੰਦੇ ਨੂੰ 1 ਟੀਸਪੂਨ ਨੂਣ ਘੱਟੋ ਘੱਟ ਚਾਹੀਦਾ ਹੁੰਦਾ। ਜਿਨ੍ਹਾਂ ਨੂੰ ਨੂਣ ਮੰਨ ਲਓ ਵੀ ਖੁਦਾ ਨਾ ਖਾਸਤਾ ਬੰਦੇ ਦੇ ਬੋਡੀ ਦੇ ਵਿੱਚ ਸੋਡੀਅਮ ਜਿਹੜਾ ਵੱਧ ਗਿਆ ਤਾਂ ਫਿਰ ਉਹ ਪੋਟਾਸ਼ੀਅਮ ਵਧਾਵੇ ਬੋਡੀ ਦੇ ਵਿੱਚ। ਸਿੰਪਲ ਜੀ ਗੱਲ ਹੈ, ਲਓ ਆਪਣੇ ਕੋਲ ਥਾਂ ਲਓ, ਨਾਲ ਦੀ ਨਾਲ ਸੋਡੀਅਮ ਨੂੰ ਇੱਕੋ ਚੀਜ਼ ਡਾਊਨ ਕਰਦੀ ਹੈ ਪੋਟਾਸ਼ੀਅਮ। ਇਹ ਇੱਕ ਡਿਲਿਊਟਰ ਹੈ। ਇਹ ਅਗਰ ਵਧੇ ਹੋਏ ਸੋਡੀਅਮ ਨੂੰ ਵੀ ਪਿਸ਼ਾਬ ਰਾਹੀਂ ਡਿਊਰੈਟਿਕ ਹੈ ਇੱਕ ਤਰ੍ਹਾਂ ਦਾ, ਇਹ ਨਾਲ ਦੀ ਨਾਲ ਸੋਡੀਅਮ ਲੋ ਕਰਦੇ। ਇਹ ਨੈਚੁਰਲ ਡਿਊਰੈਟਿਕ ਹੈ। ਇਹਦਾ ਤਾਂ ਮੇਰੇ ਕੋਲ ਤਾਂ ਬੰਦੇ ਜਿਹੜੇ ਡਾਕਟਰ ਜਿਹੜੇ ਨੇ ਵਾਰ-ਵਾਰ ਪਿਸ਼ਾਬ ਲਿਆਉਣ ਵਾਲੀਆਂ ਦਵਾਈਆਂ ਦਿੰਦੇ ਨੇ, ਉਹਦੀ ਬਜਾਏ ਇਹ ਲਿੱਤਾ ਜਾ ਸਕਦਾ। ਇਹਦੇ ਉੱਪਰ ਤਾਂ ਡੈਂਡਲੀਨ ਬਹੁਤ ਸੋਹਣਾ, ਤਿੰਨੋਂ ਡੈਂਡਲੀਨ ਕਮਾਲ ਦੀ ਚੀਜ਼ ਹੈ। ਉਹ ਡਿਊਰੈਟਿਕ ਨੇ। ਮੇਰੇ ਕੋਲ ਚਾਵਾਂ ਨੇ, ਮੈਂ ਹਰ ਇੱਕ ਦੀ ਵੀਡੀਓ ਕਰੀ ਹੋਈ ਹੈ। ਕੁਛ ਚਾਵਾਂ ਸਪੈਸ਼ਲੀ ਡਿਊਰੈਟਿਕ ਨੇ। ਉਹ ਤੁਹਾਡੇ ਆ ਬਿਨਾਂ ਗੱਲੋਂ ਦੀ ਸੋਜਸ ਹੋ ਜਾਂਦੀ ਹੈ ਪੈਰਾਂ 'ਚ, ਜਿਹੜੀ ਪਾਣੀ ਵਾਲੀ ਸੋਜਸ ਕਹਿੰਦੇ ਆ, ਜ਼ਿਆਦਾਤਰ ਡੈਂਟ ਪੈਣ ਲੱਗ ਜਾਂਦਾ ਪੰਜਾਬੀ 'ਚ ਕਹਿੰਦੇ, ਉਹ ਡਿਊਰੈਟਿਕ ਹੀ ਠੀਕ ਕਰਦਾ। ਕਈ ਲੋਕਾਂ ਨੂੰ PCOD PCOS ਡਾਕਟਰ ਡਿਊਰੈਟਿਕ ਮੈਟਫੋਰਮਿਨ ਦਿੰਦਾ। ਡਿਊਰੈਟਿਕ ਹੈ ਮੈਟਫੋਰਮਿਨ, ਉਹ ਕੀ ਕਰਦੀ ਹੈ ਸ਼ੂਗਰ ਬਾਹਰ ਕੱਢ ਦੇਗੀ। ਉਹ PCOD PCOS 'ਚ ਵੀ ਤਾਂ ਇਨਸੂਲਿਨ ਲੋ ਕਰਨ ਲਈ ਕਰਦੇ ਨੇ। ਆਪਾਂ ਕਹਿੰਦੇ ਡਾਈਟ 'ਚ ਇਹੋ ਜਿਹਾ ਕੰਮ ਕਰ ਲਓ ਕਿ ਇਨਸੂਲਿਨ ਦੀ ਪ੍ਰੋਬਲਮ ਨਾ ਰਹੇ। ਤਾਂ ਹਾਂ, ਹੁਣ ਜਦ ਤੁਸੀਂ ਫਾਸਟਿੰਗ 'ਚੋਂ ਤੁਸੀਂ ਨਿੰਬੂ ਪਾਣੀ, ਮੈਂ ਤਾਂ ਖਾਰੇ ਸੋਡੇ 'ਚ ਨਿੰਬੂ ਪਾਣੀ ਬਣਾ ਕੇ ਸੋਨਾ, ਮੈਨੂੰ ਤਾਂ ਬੜਾ ਸਵਾਦ ਲੱਗਦਾ। ਇਹ ਤੁਸੀਂ ਨੂਣ ਦੇ ਵਿੱਚ ਨਿੰਬੂ ਪਾ ਕੇ ਪਾ ਲਓ। ਮੈਨੂੰ ਨੂਣ ਦੇ ਵਿੱਚ ਨਮਕ ਪਾ ਕੇ, ਨਮਕ ਅਤੇ ਪਾਣੀ ਦੇ ਵਿੱਚ ਪਾ ਲਓ। ਮੈਨੂੰ ਨਿੰਬੂ ਨਾਲ ਨਹੀਂ ਮਿਕਸ ਕਰੂੰਗਾ, ਉਹ ਅਜੀਬ ਜਿਹਾ ਟੇਸਟ ਬਣ ਜਾਣਾ। ਹਾਂ, ਮੈਨੂੰ ਨੂਣ ਨਾਲ ਮਿਕਸ ਕਰਕੇ ਲੈ ਲੂੰਗਾ। ਉਹ ਵੀ ਜੇ ਤੁਸੀਂ ਬਹੁਤ ਹਾਈ ਸੋਡੀਅਮ ਲੈ ਰਹੇ ਹੋ, ਵੈਸੇ ਲੋੜ ਨਹੀਂ ਪੈਂਦੀ। ਹਾਂ, ਹੁਣ ਕਈ ਵਾਰੀ ਹੈਡੇਕ ਇਹੋ ਜਿਹੀ ਹੁੰਦੀ ਹੈ ਬੰਦੇ ਦੀ, ਉਹਨੂੰ ਸਮਝ ਨਹੀਂ ਆਉਂਦਾ ਕਿ ਕੀ ਹੈ। ਮੇਰਾ ਬਹੁਤ ਸਿੰਪਲ ਜਿਹਾ ਟੈਸਟ ਹੈ, ਮੈਂ ਤੁਹਾਨੂੰ ਦੱਸਿਆ ਵੀ ਸੀ। ਜਦੋਂ ਵੀ ਹੈਡੇਕ ਹੋਈ ਉਹ 2 ਕਾਰਨਾਂ ਕਰਕੇ ਹੁੰਦੀ ਹੈ। 90% ਸੋਡੀਅਮ ਜਾਂ ਪੋਟੈਸ਼ੀਅਮ। ਅਨਲੈਸ ਤੁਹਾਡਾ ਲਿਵਰ ਫੈਟੀ ਹੈ, ਫਿਰ ਤੁਹਾਡੇ ਦਰਦ, ਜਿਹਨੂੰ ਮੀਗਰੇਨਸ ਕਹਿੰਦੇ ਆ, ਜਿਹਨੂੰ ਸਪੰਡਲਾਈਟਿਸ ਕਹਿ ਦਿੰਦੇ ਆ, ਉਹ ਲਿਵਰ ਦੀ ਦਿੱਕਤ ਕਰਕੇ ਹੈ। ਉਹਨੂੰ ਅਸੀਂ ਕਹਿੰਦੇ ਕਿ ਰੈਫਰਲ ਪੇਨ ਹੈ। ਉਹ ਸਰਵਾਈਕਲ, ਉਹ ਰਿਫਰਲ ਪੇਨ ਹੈ। ਉਹ ਦਰਦ ਕਿਤੇ ਹੋਰ ਪਿੰਚ 'ਤੇ ਹੁੰਦਾ, ਪਿੰਚ ਕਿਤੇ ਹੋਰ ਹੈ, ਦਰਦ ਕਿਤੇ ਹੋਰ ਹੈ। ਹੁਣ ਆਪਾਂ ਕੀ ਕਰ ਸਕਦੇ ਹਾਂ? ਅਗਰ ਤੁਸੀਂ ਕਰ ਰਹੇ ਹੋ ਫਾਸਟ, ਤਾਂ ਸਵੇਰੇ ਉੱਠੇ ਐਪਲ ਸਾਈਡਰ ਦੇ ਵਿੱਚ 2 ਚਮਚ ਐਪਲ ਸਾਈਡਰ ਗਲਾਸ ਪਾਣੀ 'ਚ, ਉਹਦੇ ਵਿੱਚ ਨਿੰਬੂ ਨਿਚੋੜਿਆ, ਨੂਣ ਪਾਇਆ, ਪੀ ਲਿਆ। ਤੁਹਾਡਾ ਘੰਟਾ 1.5 ਘੰਟਾ ਹੀ ਲੰਘ ਜਾਣਾ। ਦੁਬਾਰਾ ਥੋੜ੍ਹੀ ਭੁੱਖ ਲੱਗੀ, ਗ੍ਰੀਨ ਟੀ ਪੀ ਲਈ, 2 ਘੰਟੇ ਲੰਘ ਜਾਣੇ। ਫਿਰ ਭੁੱਖ ਲੱਗੀ, ਜੇ ਤੁਹਾਡਾ ਬਾਹਲਾ ਬੁਰਾ ਹਾਲ ਹੈ, ਮੈਂ ਗ੍ਰੀਨ ਟੀ ਲਊਂਗਾ, ਉਹਦੇ 'ਚ 1 ਚਮਚ ਕੋਕੋਨਟ ਆਇਲ ਪਾ ਲੂੰਗਾ ਔਰਗੈਨਿਕ। ਹਾਂ, ਬੱਲੇ ਬੱਲੇ ਹੈ ਜੀ, 3-4 ਘੰਟੇ ਕਹੇ। ਮਗਰ ਇੱਕ ਸਟੇਜ ਹੈ, ਉਸ ਤੱਕ ਮੈਨੂੰ ਤੁਹਾਨੂੰ ਲਿਆਉਣਾ ਪੈਂਦਾ। ਜਦੋਂ ਤੁਸੀਂ ਸਟੇਜ ਤੱਕ ਆ ਜਾਓਗੇ, ਉਹ ਵੱਖਰੀ ਗੱਲ ਹੈ। ਮਗਰ ਉਹ ਸਟੇਜ ਤੱਕ ਸਾਨੂੰ ਲਿਆਉਣ 'ਚ ਟਾਈਮ ਲੱਗਦਾ। ਜਿਹੜਾ ਮੇਰਾ ਪ੍ਰੋਗਰਾਮ ਹੈ ਕੋਲੋਂ ਜੀ 2 ਮਹੀਨੇ ਦਾ ਜਾਣ ਕੇ ਬਣਾਇਆ ਹੋਇਆ, ਉਹ 2 ਮਹੀਨੇ ਦਾ ਬਣਾਇਆ ਇਸ ਤਰੀਕੇ ਨਾਲ ਸੀ ਕਿ ਬੰਦਾ ਉਸ ਸਟੇਜ ਤੱਕ ਲਿਆ ਕੇ ਛੱਡ ਦਈਏ ਕਿ ਸਾਨੂੰ ਉਹਨੂੰ ਹੋਰ ਸਿਖਾਉਣਾ ਹੀ ਨਾ ਪਵੇ। ਉਹਨੂੰ ਗੱਲ ਸਿਖਾਤੀ, ਉਸ ਤੋਂ ਬਾਅਦ ਉਹ ਸੋਲੋ ਕਹਿੰਦੇ ਆਪਣੇ ਕੰਮ ਕਰ ਸਕਦਾ ਇਕੱਲਾ। ਸਾਡਾ ਮਕਸਦ ਇਹੀ ਹੈ। 2 ਮਹੀਨੇ ਮੈਨੂੰ ਬੜੇ ਲੋਕ ਕਹਿੰਦੇ ਤੁਸੀਂ 2 ਮਹੀਨੇ ਤੋਂ ਵੱਡਾ ਕਿਉਂ ਬਣਾਇਆ ਜਾਂ ਛੋਟਾ ਕਰ ਦਿਓ। ਮੈਂ ਕਿਹਾ ਸਾਨੂੰ ਪਤਾ ਤੁਹਾਨੂੰ ਖੜਨਾ ਕਿੱਥੇ ਹੈ, ਅਤੇ 100% ਲੋਕਾਂ ਨੂੰ 2 ਮਹੀਨੇ ਵਿੱਚ ਜੋ ਸਾਨੂੰ ਸਿਖਾਉਣਾ ਸਿੱਖ ਲੈਂਦੇ। ਬੜੇ ਲੋਕ ਹੈ ਜਿਹੜੇ 2 ਹਫ਼ਤੇ 'ਚ ਵੀ ਸਿੱਖ ਜਾਂਦੇ ਗੱਲ। ਮਗਰ ਇੱਕ ਆਦਤ ਬਣਾਉਣ 'ਚ ਟਾਈਮ ਲੱਗਦਾ। ਉਹ 2 ਮਹੀਨੇ 'ਚ ਅਸੀਂ ਆਦਤ ਬਣਾ ਦਿੰਦੇ ਹਾਂ, ਬੰਦਾ ਬੰਦੇ ਵਾਂਗੂ ਸਿੱਧਾ ਚੱਲ ਪੈਂਦਾ। ਤੇ ਹੁਣ ਆਈਏ ਜਿਹੜੀ ਸਮੱਸਿਆ ਜਿਹੜੀ ਆ ਉਹ ਮਹਾਮਾਰੀ ਦਾ ਰੂਪ ਧਾਰਨ ਕਰ ਰਹੀ ਹੈ, ਉਹ ਹੈਗੇ ਆ ਗਠੀਆ। ਗਠੀਏ ਦੀ ਪੇਨ ਇੱਕ ਅਜਿਹੀ ਪੇਨ ਹੈ ਜਿਹੜੀ ਨਾ ਤਾਂ ਉਹ ਬੰਦਾ ਸੌਣ ਦਿੰਦੀ ਹੈ, ਨਾ ਤੁਰਨ ਦਿੰਦੀ ਹੈ, ਨਾ ਬੈਠਣ ਦਿੰਦੀ ਹੈ, ਨਾ ਉੱਠਣ ਦਿੰਦੀ ਹੈ। ਅਤੇ ਸਭ ਤੋਂ ਜ਼ਿਆਦਾ ਤੰਗ ਬੰਦਾ ਸਰਦੀਆਂ 'ਚ ਸਵੇਰੇ ਹੁੰਦਾ ਜਦੋਂ ਉੱਠਦਾ। ਜੇ ਕੀ ਇਸ ਪੇਨ ਤੋਂ, ਆਪਾਂ ਇਲਾਜ ਦੀ ਗੱਲ ਨਹੀਂ ਕਰ ਰਹੇ, ਕੀ ਇਸ ਪੇਨ ਤੋਂ ਛੁਟਕਾਰਾ ਦਿਵਾਉਣ ਦਾ ਕੋਈ ਹੱਲ ਹੈ ਤੁਹਾਡੇ ਕੋਲ? ਬਿਲਕੁਲ ਹੈ ਜੀ, ਬਿਲਕੁਲ ਹੈ। ਤੁਹਾਡੇ ਨਾਲ ਹਾਣੀ ਨੇ ਗੱਲ ਵੀ ਕਰੀ ਸੀ ਇੱਕ ਵਾਰੀ ਇਸ ਵੀਡੀਓ ਦੇ ਉੱਪਰ। ਇਹਦਾ ਇੱਕ ਬਹੁਤ ਸਿੰਪਲ ਇਲਾਜ ਹੈ। ਪਹਿਲਾਂ ਸਮਝੋ ਹੈ ਕਿ ਜੋੜਾਂ ਦੇ ਵਿੱਚ ਕ੍ਰਿਸਟਲਾਈਜੇਸ਼ਨ ਹੋ ਜਾਂਦੀ ਹੈ। ਕ੍ਰਿਸਟਲਾਈਜੇਸ਼ਨ, ਜਿਵੇਂ ਕੋਈ ਚੀਜ਼ ਜੰਮਣ ਲੱਗ ਗਈ, ਫਿਰ ਜਦੋਂ ਉਹ ਜੰਮ ਗਈ ਤੁਸੀਂ ਮੋੜਨ ਦੀ ਕੋਸ਼ਿਸ਼ ਕਰ ਰਹੇ ਹੋ, ਉਹਨੂੰ ਮੂਵ ਨਹੀਂ ਕਰਨ ਦਿੰਦਾ, ਤਾਂ ਉਹ ਦਰਦ ਤਾਂ ਹੋਏਗਾ। ਇੱਕ ਲਿਵਿੰਗ ਚੀਜ਼ ਦੇ ਉੱਪਰ ਇੱਕ ਬੰਧਨ ਲਾਤਾ, ਤੁਸੀਂ ਉਹਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ। ਇਹਦੇ ਉੱਪਰ ਬੜੀ ਸੋਹਣੀ ਹਰਬਸ ਹੈ, ਉਹਦੀ ਵੀ ਗੱਲ ਕਰਾਂਗਾ। ਮਗਰ ਦਾ ਇਨਸਟੈਂਟ ਇਲਾਜ ਕੀ ਹੈ? ਇੱਕ ਬਾਥ ਟੱਬ ਹੁੰਦਾ ਜਿਹਦੇ ਵਿੱਚ ਪਾਣੀ ਭਰ ਕੇ ਤੁਸੀਂ ਪੈ ਸਕਦੇ ਹੋ। ਸਭ ਤੋਂ ਪਹਿਲੀ ਗੱਲ ਤਾਂ ਟੱਬ ਹੋਣਾ ਚਾਹੀਦਾ। ਤੁਹਾਨੇ ਉਹਦੇ ਬਾਰੇ ਸੁਣਿਆ? ਰਬੜ ਜਿਹਦਾ ਆ ਗਿਆ ਜਿੱਦ ਹਵਾ ਭਰ ਕੇ ਬੰਦਾ ਬਹਿ ਜਾਂਦਾ। ਹਾਂਜੀ, ਬੇਕਿੰਗ ਸੋਡਾ ਸੁਣਿਆ ਹੋ ਤੁਹਾਨੇ? ਬੇਕਿੰਗ ਸੋਡਾ ਐਲਕਲਾਈਨ ਹੁੰਦਾ, ਉਹ ਕ੍ਰਿਸਟਲਸ ਤੋੜਦਾ। ਇਹ ਕ੍ਰਿਸਟਲਸ ਬਣੇ ਹੋਏ ਨੇ। ਤਾਂ ਇਹ ਬੰਦੇ ਨੂੰ ਸਭ ਤੋਂ ਵਧੀਆ ਇਲਾਜ ਹੈ ਬਾਥ ਟੱਬ 'ਚ ਨਾਰਮਲ ਰੂਮ ਟੈਂਪਰੇਚਰ ਦਾ ਪਾਣੀ, ਕੋਈ ਗਰਮ ਕੋਈ ਠੰਡਾ ਲੋੜ ਨਹੀਂ ਹੈ। ਰੂਮ ਟੈਂਪਰੇਚਰ ਦਾ ਪਾਣੀ, ਉਹਦੇ 'ਚ ਤੁਸੀਂ 1 ਟੇਬਲ ਸਪੂਨ ਘੱਟੋ ਘੱਟ ਭਰ ਕੇ ਬੇਕਿੰਗ ਸੋਡਾ ਮਿਕਸ ਕਰ ਲੈਣਾ। ਇਹ ਵਧਾਇਆ ਵੀ ਜਾ ਸਕਦਾ, ਮਗਰ ਇੱਕ ਇਹੋ ਜਿਹੀ ਐਡਵਾਈਸ ਸਾਡਾ ਹਰ ਕੋਈ ਫੋਲੋ ਕਰ ਸਕਦਾ। ਤੁਸੀਂ ਉਸ 'ਚ ਆਪਣੀ ਬਾਡੀ ਸੋਕ ਕਰ ਦੇਣੀ ਹੈ ਘੱਟੋ ਘੱਟ ਅੱਧਾ ਪੌਣਾ ਘੰਟਾ, ਕਿਉਂਕਿ ਉਹਨੂੰ ਬਾਡੀ ਐਬਜ਼ੋਰਬ ਕਰੇਗੀ। ਅਤੇ ਤੁਸੀਂ ਦਿਨ 'ਚ ਅਗਰ ਬਾਡੀ ਤੁਹਾਡੀ ਕੰਡੀਸ਼ਨ ਮਾੜੀ ਹੈ, ਇਹ ਦਿਨ 'ਚ 2 ਵਾਰੀ ਕਰਨੀ ਹੈ। ਇਹ ਹੈਗਾ ਇਲਾਜ ਸ਼ੁਰੂ ਹੋ ਗਿਆ ਕਿ ਤੁਹਾਡੀ ਦਰਦ ਘੱਟ ਜੇ। ਇਹਦੇ ਲਈ ਹਰਬਸ ਨੇ,
ਤੁਹਾਨੇ ਬੋਸਵੈਲਾ ਦਾ ਨਾਮ ਸੁਣਿਆ ਹੋਣਾ, ਇੰਗਲਿਸ਼ ਨਾਮ ਹੈ, ਮੈਨੂੰ ਸੌਰੀ ਪੰਜਾਬੀ ਨਾਂ ਨਹੀਂ ਯਾਦ। ਹੱਡ ਜੋੜ ਦਾ ਨਾਮ ਸੁਣਿਆ ਹੋਣਾ ਤੁਹਾਨੇ ਮੋਰਿੰਗਾ ਐਕਸਟਰੈਕਟ ਦਾ ਨਾਮ, ਉਹ ਮੋਰਿੰਗਾ ਦੇ ਬਾਰੇ ਸੁਣਿਆ। ਇੱਕ ਚੀਜ਼ ਹੈ ਇੰਡੀਆ 'ਚ ਨਹੀਂ ਮਿਲਦੀ, ਦੁਨੀਆ ਦੀ ਸਭ ਤੋਂ ਘੈਂਟ ਹਰਬ ਹੈ ਇਸ ਚੀਜ਼ ਦੇ ਮਾਮਲੇ 'ਚ, ਉਹਦਾ ਨਾਮ ਹੈ ਡੈਵਲਸ ਕਲॉ। ਡੈਵਲ ਹੁੰਦਾ ਸ਼ੈਤਾਨ ਦਾ ਪੰਜਾ, ਐਂ ਹੁੰਦਾ, ਉਹ ਲੱਗਦਾ ਹੀ ਐਂ ਉੱਪਰ ਜਿਹਾ ਆਉਂਦਾ। ਮੈਂ ਉਹ ਮੰਗਾ ਚੁੱਕਿਆ, ਸਾਡਾ ਕਸਟਮ 'ਚ ਫਸਿਆ ਹੋਇਆ, 'ਚ ਮੈਂ ਤੁਹਾਨੂੰ ਦੱਸਿਆ। ਉਹਦਾ ਐਕਸਟਰੈਕਟ ਹੈ, ਉਹ ਚੀਜ਼ ਇਹੀ ਜਿਹੀ ਚੀਜ਼ ਹੈ ਜੀ, ਉਹ ਇਹੋ ਜਿਹਾ ਅਡੈਪਟੋਜਨ ਹੈ, ਉਹ ਬੈਨ ਹੈ ਕਈ ਕੰਟਰੀਆਂ 'ਚ। ਕਹਿੰਦੇ ਘੋੜੇ ਨੂੰ ਖਵਾ ਦਿਓ, ਕਦੇ ਥੱਕਦਾ ਹੀ ਨਹੀਂ। ਉਹ ਘੋੜੇ ਨੂੰ ਖਵਾਉਣਾ ਤਾਂ ਪਹਿਲਾ ਘੋੜਾ ਤਾਂ ਪਹਿਲੇ ਨਹੀਂ ਥੱਕਦਾ, ਇਮੈਜਿਨ ਕਰੋ ਉਹਨੂੰ ਕੋਈ ਇਹੋ ਜਿਹੀ ਚੀਜ਼ ਦੀ ਉਹ ਥੱਕਦਾ ਹੀ ਨਹੀਂ, ਤਾਂ ਉਹ ਡੇਂਜਰਸ ਹੋ ਜਾਂਦਾ। ਉਹ ਅਸੀਂ ਮੰਗਾਇਆ ਹੋਇਆ, ਸਾਡਾ ਇਸ ਵਕਤ ਕਸਟਮਸ 'ਚ ਇੰਡੀਆ 'ਚ ਫਸਿਆ ਹੋਇਆ। ਅਸੀਂ ਇੱਕ ਫਾਰਮੂਲਾ ਬਣਾ ਰਹੇ ਹਾਂ, ਮੇਰੀ ਦਿਲੀ ਤਮੰਨਾ ਸੀ ਇਹ, ਕਿਉਂਕਿ ਸਾਨੂੰ ਬਹੁਤ ਕਾਲਸ ਆਉਂਦੀਆਂ 2-3 ਚੀਜ਼ਾਂ ਲਈ, ਇੱਕ ਕੌਨਸਟੀਪੇਸ਼ਨ ਦੇ ਫਾਰਮੂਲੇ ਲਈ, ਇੱਕ ਆਹ ਗਠੀਏ ਦੀ ਪ੍ਰੋਬਲਮ ਲਈ। ਇਹ ਦੋਨੋਂ, ਕੌਨਸਟੀਪੇਸ਼ਨ ਦਾ ਫਾਰਮੂਲਾ ਤਾਂ ਰੈਡੀ ਹੈ, ਉਹ ਸ਼ਾਇਦ 2-4 ਦਿਨ 'ਚ ਮੈਸੇਜ ਪਹੁੰਚ ਜਾਏਗਾ ਲੋਕਾਂ ਨੂੰ। ਜਿਹੜਾ ਗਠੀਏ ਦਾ ਫਾਰਮੂਲਾ ਹੈ ਉਸ 'ਚ ਬੋਸਵੈਲਾ, ਹੱਡ ਜੋੜ, ਡੈਵਲਸ ਕਲॉ, ਮੋਰਿੰਗਾ ਐਕਸਟਰੈਕਟ। ਇੱਕ ਚੀਜ਼ ਹੋਰ ਹੈ, ਇਹ ਮੇਰੇ ਵਾਈਫ ਦਾ ਕੱਢਿਆ ਹੋਇਆ ਫਾਰਮੂਲਾ ਲੱਭਿਆ ਹੋਇਆ ਸੀ ਜਿਹੜਾ ਕਿ ਕੰਮ ਹੈ। ਤਾਂ ਪਹਿਲੀ ਚੀਜ਼ ਤੁਸੀਂ ਕੀ ਕਰੋਗੇ, ਤੁਸੀਂ ਆਪਣੀ ਬੋਡੀ ਨੂੰ ਪਾਣੀ 'ਚ ਦੱਸਿਆ ਹੈ ਨਾ, ਬੇਕਿੰਗ ਸੋਡਾ ਮਿਕਸ ਕਰਕੇ ਪਾਣੀ 'ਚ ਉਸ 'ਚ ਪੈਣਾ ਸ਼ੁਰੂ ਕਰ ਦਿਓ। ਦੂਜੀ ਚੀਜ਼ ਤੁਸੀਂ ਆ ਹਰਬਸ ਯੂਜ਼ ਕਰ ਸਕਦੇ ਹੋ। ਤੀਜੀ ਚੀਜ਼, ਹੋਇਆ ਕਿਉਂ ਜੇ ਉਹ 'ਤੇ ਹੁਣੇ ਕੰਮ ਸ਼ੁਰੂ ਕਰਦੇ ਵਧਾਈਏ ਨਾ। ਮੈਂ ਤਾਂ ਲੋਕਾਂ ਨੂੰ ਕਹਿੰਦਾ ਤੁਸੀਂ ਹਰ ਰੋਜ਼ 4 ਪੌੜੀਆਂ ਚੜ੍ਹਦੇ ਹੋ, ਚੰਗੀ ਚੀਜ਼ ਖਾ ਕੇ 4 ਉਤਰਦੇ ਹੋ, 2 ਚੜ੍ਹਦੇ ਹੋ, ਤਾਂ ਹੀ ਤਾਂ ਮਾੜੇ ਹੋ ਰਹੇ ਹੋ। ਮੈਂ ਕਹਿੰਦਾ ਉਤਰਨੀਆਂ ਹਟ ਜਾਈਏ, ਬਸ ਇੰਨੇ ਕਰ ਲਈਏ। ਲਿਵਰ ਫੈਟੀ ਹੋਣ ਤੋਂ ਬਾਅਦ, ਲਿਵਰ ਖਰਾਬ ਹੋਣ ਤੋਂ ਬਾਅਦ ਗਠੀਆ ਸ਼ੁਰੂ ਹੁੰਦਾ। ਅਗਰ ਆਪਾਂ ਲਿਵਰ ਨੂੰ ਅੱਜ ਹੀ ਤੰਦਰੁਸਤ ਕਰ ਲਈਏ, ਹੁਣ ਦੇਖੋ ਤੁਸੀਂ ਮੈਨੂੰ ਗੱਲ ਕਹੀ ਹੈ, ਬਿਲਕੁਲ ਸਹੀ ਗੱਲ ਹੈ ਕਿ ਸਵੇਰੇ ਉੱਠ ਕੇ ਇੰਨਾ ਤੰਗ ਕਿਉਂ। ਹਮੇਸ਼ਾ ਲਿਵਰ ਵਾਲਾ ਕਲਾਇੰਟ ਸਵੇਰੇ ਉੱਠ ਕੇ ਕਹਿੰਦਾ ਸਰੀਰ ਟੁੱਟਿਆ ਪਿਆ, ਆਕੜਿਆ ਪਿਆ, ਜੁੜਿਆ ਨਹੀਂ ਹੈਗਾ। 2 ਘੰਟੇ ਬਾਅਦ ਕਹਿੰਦਾ ਹੁਣ ਓਕੇ ਹੈ। ਸਵੇਰੇ ਉੱਠ ਕੇ ਮੂੰਹ 'ਚੋਂ ਸਮੈਲ ਆਉਂਦੀ ਹੈ ਅਤੇ ਸਵੇਰੇ ਗੁੱਸਾ ਵੀ ਆਉਂਦਾ ਉਹਨੂੰ, ਕਿਉਂਕਿ ਹਾਈਪੋਗਲਾਈਸੀਮੀਆ ਨਾਲ ਉੱਠਦੇ ਆ, ਖਾਣਾ ਖਾ ਕੇ ਓਕੇ ਹੋਏ ਨੇ। ਲਿਵਰ ਦਾ ਸਾਡਾ ਪੂਰਾ ਪ੍ਰੋਗਰਾਮ ਹੈ, ਉਹ ਪ੍ਰੋਟੋਕੋਲ ਹੈ, ਉਹ ਫੋਲੋ ਕਰ ਸਕਦੇ ਹੋ। ਆਪਾਂ ਹੈਲਥ ਠੀਕ ਕਰਨੀ ਹੈ, ਅਫਕੋਰਸ ਜੇ ਤੁਹਾਡੇ ਦਰਦ ਹੈਗਾ ਉਹ ਹੈਗਾ, ਉਹਨੂੰ ਆਪਾਂ 2 ਤਰੀਕੇ ਦੱਸਦੇ। ਆ ਪਾਣੀ 'ਚ ਬੋਡੀ ਡਿਪ ਕਰਕੇ ਰੱਖਣੀ। ਦੂਜਾ ਤਰੀਕਾ ਹੈ ਆਪਣੇ ਹਰਬਸ ਨੇ, ਹੱਡ ਜੋੜ, ਬੋਸਵੈਲਾ, ਡੈਵਲਸ ਕਲॉ, ਮੋਰਿੰਗਾ ਐਕਸਟਰੈਕਟ, ਇਹ ਉਹਨਾਂ ਨੂੰ ਹੈਲਪ ਕਰਦਾ। ਮਗਰ ਆਪਾਂ ਲਿਵਰ ਨੂੰ ਤੰਦਰੁਸਤ ਕਰਨਾ ਸ਼ੁਰੂ ਕਰ ਦਈਏ, ਨਾਲ ਦੀ ਨਾਲ ਕੰਮ ਠੀਕ ਹੋਣਾ ਜਾਂਦਾ। ਲਾਸਟ ਸਵਾਲ, ਅਚਾਨਕ ਕਿਸੇ ਨੂੰ ਘਰ ਬੈਠੇ ਦਾ ਬਲੱਡ ਪ੍ਰੈਸ਼ਰ ਵੱਧ ਜੇ ਜਾਂ ਬਲੱਡ ਪ੍ਰੈਸ਼ਰ ਡਾਊਨ ਹੋ ਜੇ, ਜਾਂ ਫਿਰ ਸਭ ਤੋਂ ਲਾਈਫ ਸੇਵਿੰਗ ਜਿਹੜੀ ਸਿਚੁਏਸ਼ਨ ਹੁੰਦੀ ਹੈ, ਕਿਸੇ ਨੂੰ ਹਾਰਟ ਅਟੈਕ ਆ ਜੇ, ਅਜਿਹੇ ਵਿੱਚ ਕੀ ਕਰੇ? ਦੇਖੋ ਹਾਰਟ ਅਟੈਕ ਥੋੜੀ ਸੀਰੀਅਸ ਕੰਡੀਸ਼ਨ ਆਉਂਦੀ ਹੈ, ਜੇ ਕੁਝ ਨਹੀਂ ਹੋ ਸਕਦਾ। ਹਾਰਟ ਦੀ ਪ੍ਰੋਬਲਮ ਆਉਂਦੀ ਹੈ ਲੈਕ ਆਫ ਪੋਟੈਸ਼ੀਅਮ ਨਾਲ। ਸੇਮ ਬਲੱਡ ਪ੍ਰੈਸ਼ਰ ਵਧਿਆ, ਹੁਣ ਪਹਿਲੀ ਗੱਲ ਤਾਂ ਐ ਨਹੀਂ ਹੈ ਕਿ ਗੈਸ ਨਹੀਂ ਮਾਰਨਾ। ਜੇ ਤੁਹਾਨੂੰ ਬਲੱਡ ਪ੍ਰੈਸ਼ਰ ਵਧੇ ਦੇ ਸਿੰਪਟਮ ਪਤਾ ਹੈ, ਫਿਰ ਐ ਨਹੀਂ ਹੈ ਕਿ ਹੋਇਆ ਸੀਗਾ BP ਲੋ ਅਤੇ ਮਾਰਤਾ BP ਹਾਈ ਦਾ, ਉਹ ਤਾਂ ਮਰਨ ਵਾਲਾ ਕੰਮ ਹੋ ਜਾਣਾ। ਹਾਂ, BP ਹਾਈ ਦਾ ਇਮੀਡੀਏਟ ਇਲਾਜ। ਕੁਲਵੰਤ ਜੀ ਮੈਂ ਤੁਹਾਨੂੰ ਐਕਸਪੈਰੀਮੈਂਟ ਕਰਾ ਸਕਦਾ ਲਾਈਵ ਔਨ ਕੈਮਰਾ, ਆਪਾਂ ਇੱਕ ਦਿਨ ਬਹਿ ਕੇ ਕਰਾਂਗੇ ਕਿ ਇੱਕ ਬੰਦਾ ਜਿਹਦਾ BP ਹਾਈ ਰਹਿੰਦਾ ਹੋਵੇ, ਚੱਲਦੀ ਵੀਡੀਓ 'ਚ 15 ਮਿੰਟ 'ਚ BP ਦੁਆਰਾ ਚੈੱਕ ਕਰਾ ਦੂੰਗਾ ਮੈਂ, ਚੱਲਦੀ ਵੀਡੀਓ 'ਚ ਨਾਲ ਦੀ ਨਾਲ। ਇਹ ਇਹਦਾ ਇੰਸਟੈਂਟ ਇਲਾਜ, ਸੇਮ ਹਾਰਟ ਅਟੈਕ 'ਚ ਹੈ ਨਾ। ਹਾਰਟ ਅਟੈਕ ਵੀ ਬਲੱਡ ਪ੍ਰੈਸ਼ਰ ਵੱਧਦਾ ਹੈ। ਹਾਂ ਆਫਕੋਰਸ, ਕਿਉਂਕਿ ਉਹ ਇੱਕ ਤਰ੍ਹਾਂ ਆਕੜ ਗਿਆ। ਸਾਇਲੈਂਟ ਹਾਰਟ ਅਟੈਕ ਜਿਹੜਾ ਹੁੰਦਾ ਉਹਦੇ 'ਚ ਬਲੱਡ ਪ੍ਰੈਸ਼ਰ ਘਟਦਾ ਹੈ। ਉਹ ਤਾਂ ਪਤਾ, ਉਹ ਤਾਂ ਹੀ ਤਾਂ ਨਾਮ ਸਾਇਲੈਂਟ ਆ, ਉਹ ਤਾਂ ਪਤਾ ਵੀ ਨਹੀਂ ਲੱਗਦਾ। ਉਹ ਤਾਂ ਤੁਸੀਂ ਸਮਝੋ ਤੁਸੀਂ ਕਿ 10 ਸਾਲ ਤੋਂ ਤੁਸੀਂ ਅਨਹੈਲਦੀ ਸੀਗੇ, ਇੰਨੇ ਸਾਈਨ ਹੈ, ਅੱਖਾਂ ਬੰਦ, ਕਹਿੰਦੇ ਪਟਾਕਾ ਪੈ ਗਿਆ। ਉਹ ਆਪਣੀ ਗਲਤੀ ਹੈ। ਹੁਣ ਤਾਂ ਕਹਿੰਦੇ ਕੁਲਹਾੜੀ 'ਤੇ ਪੈਰ ਮਾਰਿਆ, ਪੈਰ 'ਤੇ ਕੁਲਹਾੜੀ ਨਹੀਂ ਮਾਰੀ। ਉਹ ਤਾਂ ਉਹ ਗੱਲ ਹੈ। ਜਿਹੜਾ ਆਹ ਵਾਲਾ ਹਾਰਟ ਅਟੈਕ ਹੈ, ਇਹ ਜ਼ਿਆਦਾਤਰ ਪਹਿਲਾਂ ਤੁਹਾਨੂੰ ਸਟ੍ਰੈਸਫੁਲ ਈਵੈਂਟ ਹੁੰਦਾ 1-2 ਦਿਨ ਪਹਿਲਾਂ। ਉਹ ਸਟ੍ਰੈਸਫੁਲ ਈਵੈਂਟ ਦਾ ਸਟ੍ਰੈਸ ਤੁਸੀਂ ਪ੍ਰੋਸੈਸ ਨਹੀਂ ਕਰ ਪਾਏ, ਉਹ ਗਲੈਂਡਸ 'ਤੇ ਪ੍ਰੈਸ਼ਰ ਪਾਉਂਦਾ ਹਾਰਟ ਉਹਨੂੰ ਹੈਂਡਲ ਨਹੀਂ ਕਰ ਪਾਇਆ, ਉਹਨੂੰ ਨਾੜ ਚੜ੍ਹ ਗਈ, ਹੈ ਨਾ। ਬੜੇ ਦੇਸੀ ਇਲਾਜ ਨੇ ਇਹਦੇ। ਮੈਂ ਸਿੰਪਲ ਕਹੂੰਗਾ ਪੋਟੈਸ਼ੀਅਮ ਠੀਕ ਕਰ ਲਓ। ਉਹ ਬੰਦੇ ਨੂੰ ਨਾਲ ਦੀ ਨਾਲ ਮੈਡੀਕਲ ਅਟੈਂਸ਼ਨ ਚਾਹੀਦੀ ਹੈ, ਮਗਰ ਉਹਨੂੰ ਤੁਸੀਂ ਸਪੇਸ 'ਚੋਂ ਬਾਹਰ ਲੈ ਜਾਓ, ਖੁੱਲ੍ਹੇ 'ਚ ਲੈ ਜਾਓ। ਉਹਨੂੰ ਆਕਸੀਜਨ ਦੀ ਸਪਲਾਈ ਬਹੁਤ ਸੋਹਣੀ ਚਾਹੀਦੀ ਹੈ ਉਸ ਵਕਤ, ਹੈ ਨਾ। ਇੱਕ ਚੀਜ਼ ਹੈ ਬਹੁਤ ਸੋਹਣੀ ਹੈਲਪ ਕਰਦੀ ਹੈ ਹਾਰਟ ਦੀ ਦਿੱਕਤ ਨੂੰ, ਹੈ ਵਿਟਾਮਿਨ E, ਮਗਰ ਉਹ ਨੈਚੁਰਲ ਲੱਭਣਾ ਬਹੁਤ ਔਖਾ। ਮੈਂ ਦੱਸਿਆ ਸੀ ਵੀਟ ਜਰਮ ਆਇਲ ਨਾਮ ਦੀ ਇੱਕ ਚੀਜ਼ ਆਉਂਦੀ ਹੈ, ਉਸ 'ਚ ਵਿਟਾਮਿਨ E ਹੈ। ਮੈਨੇ ਰਿਕੁਐਸਟ ਕਰੀ ਹੋਈ ਹੈ ਟੀਮ ਨੂੰ ਆਪਣੀ ਨੂੰ ਕਿ ਮੈਨੂੰ ਲੱਭ ਕੇ ਵੀਟ ਜਰਮ ਆਇਲ ਜਾਂ ਕੋਈ ਨੈਚੁਰਲ ਵਿਟਾਮਿਨ E ਦਿੱਤਾ ਹੈ। ਜਿੰਨੀ ਅੱਖਾਂ, ਬਾਲਾਂ ਦੀ, ਸਕਿਨ ਦੀ ਪ੍ਰੋਬਲਮ ਹੈ, ਇਹ ਸਾਰੀ ਵਿਟਾਮਿਨ E ਦੀ ਪ੍ਰੋਬਲਮ ਹੈ। ਚਿੱਟੇ ਵਾਲ ਵਿਟਾਮਿਨ E ਨਾਲ ਪ੍ਰੋਬਲਮ ਹੈ ਇਹ, ਤਾਂ ਉਹ ਵੀ ਲੱਭ ਰਿਹਾ। ਮਗਰ ਸਿੰਥੈਟਿਕ ਚੀਜ਼ ਮੈਂ ਦਊਂਗਾ ਨਹੀਂ, ਤਾਂ ਉਹਦੇ 'ਚ ਮੈਨੂੰ ਟਾਈਮ ਲੱਗਦਾ। ਮਗਰ ਜਿਹੜੀ ਤੁਸੀਂ ਦਿੱਕਤਾਂ ਦੱਸੀਆਂ, ਅਗਰ ਵਿਟਾਮਿਨ B ਇੱਕਦਮ ਲੋ ਹੋ ਗਿਆ, ਉਹਦਾ ਇੰਸਟੈਂਟ ਹੁੰਦਾ ਡਾਰਕ ਕੌਫੀ। ਮਗਰ ਫੇਰ ਉਹੀ, ਹਾਂ ਜੇ ਲੋ ਹੋ ਗਿਆ, ਹੁਣ ਮੈਨੂੰ ਇਹ ਨਹੀਂ ਪਤਾ ਤੁਹਾਡਾ ਲੋ ਹੋਇਆ ਕਿ ਨਹੀਂ, ਮੈਂ ਅੱਗੇ ਵੀ ਦੱਸਿਆ ਮੈਂ ਡਾਕਟਰ ਨਹੀਂ ਹਾਂ, ਮੈਂ ਮੈਡੀਕਲ ਐਡਵਾਈਸ ਨਹੀਂ ਦੇ ਰਿਹਾ। ਜੇ ਤੁਹਾਨੂੰ ਪੱਕਾ ਹੈ ਕਿ ਤੁਹਾਨੂੰ BP ਲੋ ਦੀ ਦਿੱਕਤ ਹੈ ਅਤੇ ਇਹ ਸਿੰਪਟਮ BP ਲੋ ਦੇ ਹੈ, ਫਿਰ ਜਾਂ ਤੁਸੀਂ ਟੈਸਟ ਕਰਾ ਲਿਆ, ਗਿਰ ਗਿਆ ਕਲਖਤ, ਲੂਣ ਪਾਇਆ, ਪਾਣੀ ਚੰਗਾ ਸਾਰਾ ਘੋਲ ਲਿਆ। ਵੈਨ ਆਈ ਸੇ ਚੰਗਾ ਸਾਰਾ, 1 ਚਮਚ ਲੂਣ, ਤੁਹਾਡਾ ਸੋਡੀਅਮ ਗਿਰ ਗਿਆ ਬੇਸਿਕਲੀ।
ਸੋਡੀਅਮ ਗਿਰਿਆ ਹੋਇਆ ਹਾਰਟ ਨੂੰ ਐਂ ਬਣਾ ਦਿੰਦਾ, ਉਹ ਧੜਕਣੋਂ ਹੀ ਹਟ ਗਿਆ, ਬੀਪੀ ਲੋ ਹੋ ਗਿਆ। ਸੋਡੀਅਮ ਵਧਿਆ ਹੋਇਆ ਉਹ ਧੜ ਮਾਰ ਲੱਗ ਗਿਆ, ਉਹ ਨਾਲ ਦੇ ਨਾਲ ਪੋਟੈਸ਼ੀਅਮ ਠੀਕ ਕਰ ਦਿੰਦਾ। ਤਾਂ ਹਮੇਸ਼ਾ ਇਹ ਸੋਡੀਅਮ ਤੇ ਪੋਟੈਸ਼ੀਅਮ ਦੀ ਤਾਲਮੇਲ ਹੈ। ਦੂਜਾ ਆਟੋਮੈਟਿਕ ਵੱਧ ਗਿਆ। ਇਹ ਰੇਸ਼ੀਓ ਹੈ ਜੀ, ਦੇਖੋ ਹਾਂ ਇਹ ਸੀਸੋ ਹੈ, ਇਹ ਰੇਸ਼ੀਓ ਹੈ। ਇਹ ਜੇ ਤੁਹਾਡੇ ਕੋਲ ਤਾਂ ਨਹੀਂ ਰਹਿ ਗਿਆ, ਮੇਰੇ ਕੋਲ ਘਟ ਗਿਆ, ਰੇਸ਼ੀਓ ਹਿੱਲ ਗਈ। ਇੱਕ ਰੇਸ਼ੀਓ ਹੈ, ਕਈਆਂ ਨੂੰ ਇਹ ਰੇਸ਼ੀਓ ਬਣਾ ਕੇ ਰੱਖਣੀ ਪੈਂਦੀ ਹੈ। ਜ਼ਿਆਦਾਤਰ ਐਥਲੀਟਸ ਨੂੰ ਉਹਨਾਂ ਨੂੰ ਗੋਲੀਆਂ ਖਾਣੀਆਂ ਪੈਂਦੀਆਂ ਸੋਡੀਅਮ ਪੋਟੈਸ਼ੀਅਮ ਦੀਆਂ, ਕਿਉਂਕਿ ਉਹ ਸਾਲਟ 24 ਘੰਟੇ ਲੂਜ਼ ਕਰ ਰਹੇ ਹੁੰਦੇ ਆ। ਮੈਂ ਤੁਹਾਨੂੰ ਦੱਸਿਆ ਸੀ ਅਸੀਂ ਚੱਲਦੇ ਸਾਈਕਲ 'ਤੇ ਐ ਫੱਕਾ ਮਾਰ ਜਾਂਦੇ ਸਾਲਟ ਦਾ, ਇੱਕ ਘੁੱਟ ਪਾਣੀ ਬਸ। ਅੱਛਾ, ਪੋਟਾਸ਼ੀਅਮ, ਸੋਡੀਅਮ ਤਾਂ ਤੁਸੀਂ ਦੱਸਤਾ ਵੀ ਨਮਕ ਦੇ ਵਿੱਚੋਂ ਮਿਲ ਜਾਣਾ ਆਪਾਂ ਨੂੰ। ਪੋਟਾਸ਼ੀਅਮ ਦੇ ਸੋਰਸ ਜਿਹੜੇ ਨੇ, ਇੱਕ ਤਾਂ ਤੁਹਾਡੇ ਕੋਲ ਪੋਟਾਸ਼ੀਅਮ ਸਿਟਰੇਟ ਹੋ ਗਿਆ, ਨੰਬਰ 2 ਤੇ ਮੋਰਿੰਗਾ, ਵੀਟ ਗ੍ਰਾਸ, ਸਪੈਰੋਲੀਨਾ, ਇਹ ਵੀ ਚੱਲਣਗੇ। ਕੋਈ ਵੀ ਚੀਜ਼ ਜਿਹੜੀ ਹਰੀ ਹੈ ਉਹ 'ਚ ਪੋਟਾਸ਼ੀਅਮ ਹੈ। ਕੋਈ ਵੀ ਚੀਜ਼ ਜਿਹੜੀ ਹਰੀ ਹੈ, ਦੁਨੀਆ ਦੇ ਸਭ ਤੋਂ ਅੱਛੇ ਪੋਟਾਸ਼ੀਅਮ ਦੇ ਸੋਰਸ ਅਗਰ ਤੁਸੀਂ ਮੇਰੇ ਤੋਂ ਸੁਣੋਗੇ ਹੱਸਾਂਗੇ। ਇੱਕ ਤਾਂ ਚਲੋ ਮਿਲਦਾ ਨਹੀਂ, ਉਹ ਹੈਗਾ ਪਹਿਲਾ ਸੋਰਸ ਹੈਗਾ ਐਵੋਕਾਡੋ। ਉਹ ਆਪਣੇ ਮਿਲਦਾ ਨਹੀਂ, ਲੋਕਾਂ ਨੂੰ ਪਸੰਦ ਨਹੀਂ ਆਉਂਦਾ। ਕੱਚਾ ਆਲੂ ਮਗਰ ਕੋਈ ਖਾ ਨਹੀਂ ਸਕਦਾ, ਕੱਚਾ ਆਲੂ ਖਾਂਦੇ ਕੋਈ ਕਿ ਜੇ ਕਿਸੇ ਬੰਦੇ ਦਾ ਅਚਾਨਕ ਬਲੱਡ ਪ੍ਰੈਸ਼ਰ ਵੱਧ ਜੇ, ਤੁਹਾਨੂੰ ਕੱਚਾ ਆਲੂ ਖਵਾ ਦੇ ਸਕਦਾ, ਉਹ ਸਿੱਧਾ ਨੇਰਾ ਪੋਟਾਸ਼ੀਅਮ ਹੈ। ਉਹ ਤੁਸੀਂ ਦੇਖੋ ਪੋਟਾਸ਼ੀਅਮ ਵਾਲਾ ਚੀਜ਼ ਨੂੰ ਕੱਟ ਦਿਓ, ਉਹ ਨਾਲ ਦੇ ਨਾਲ ਕਾਲੀ ਹੋ ਜਾਂਦੀ ਹੈ। ਸੇਬ 'ਚ ਵੀ ਹੁੰਦਾ ਹੋਣਾ ਕਾਫੀ, ਕਿਉਂਕਿ ਸੇਬ ਵੀ ਕਾਲਾ ਹੋ ਜਾਂਦਾ। ਪੋਟਾਸ਼ੀਅਮ ਹੁੰਦਾ, ਸਾਲਟ ਮੈਂ ਤਾਂ ਹਰ ਇੱਕ ਫੂਡ ਵਿੱਚ ਗਿਆ। ਨਾਲ ਫਰਕਟੋਸ ਹੈ, ਉਹ ਤੁਹਾਡੇ ਲਿਵਰ ਨੂੰ ਤੰਗ ਕਰਦੀ ਹੈ, ਕਿਉਂਕਿ ਲਿਵਰ ਨੂੰ ਪ੍ਰੋਸੈਸ ਕਰਨੀ ਪੈਂਦੀ ਹੈ। ਕਦੇ ਵੀ ਇਹੋ ਜਿਹੀ ਕੰਡੀਸ਼ਨ 'ਚ ਲਿਵਰ ਨੂੰ ਆਪਾਂ ਨੇ ਸ਼ਾਂਤ ਕਰਨਾ ਹੈ, ਉਹਦਾ ਕੰਮ ਵਧਾਉਣਾ ਨਹੀਂ। ਤਾਂ ਮੈਂ ਉਹੀ ਚੀਜ਼ ਦਊਂਗਾ। ਹੁਣ ਮੈਂ ਕੀ ਕਰੂੰਗਾ, ਨੈਚੁਰਲ ਸੋਰਸ ਲੱਭੂੰਗਾ। ਅਗਰ ਤੁਸੀਂ ਵੈਸੇ ਹੀ ਪੋਟਾਸ਼ੀਅਮ ਲੈਂਦੇ ਰਹੋ, ਜੇ ਤੁਸੀਂ 300 ਤੋਂ 400 ਗ੍ਰਾਮ ਸਲਾਦ ਹਰੇ ਪੱਤਿਆਂ ਨਾਲ ਡੇਲੀ ਖਾਂਦੇ ਹੋ, ਤੁਹਾਡਾ ਪੋਟਾਸ਼ੀਅਮ ਵੈਸੇ ਨਹੀਂ ਘਟਦਾ। ਹਾਂ, ਜੇ ਤੁਸੀਂ ਐਕਸਰਸਾਈਜ਼ ਬਾੜੀ ਕਰਦੇ ਹੋ, ਪਸੀਨੇ ਵਾਲਾ ਕੰਮ ਕਰਦੇ ਹੋ, ਫਿਰ ਮੈਂ ਕਹੂੰਗਾ ਮਾੜਾ ਪੋਟਾਸ਼ੀਅਮ ਉੱਪਰ ਲਓ। ਵਰਨਾ ਹਾਂ ਹੁਣ ਅਟੈਕ ਹੋਏਗਾ ਤੁਹਾਨੂੰ, ਅਗਰ ਤੁਸੀਂ ਡਾਕਟਰ ਕੋਲ ਵੀ ਜਾਓਗੇ, ਜਿਹੜਾ ਇੰਜੈਕਸ਼ਨ ਲਾਊਗਾ, ਉਹਨੂੰ ਇੱਕ ਰਿਸ਼ਤੇਦਾਰ ਨੂੰ ਕਹੇ ਇੰਜੈਕਸ਼ਨ ਚੱਕ ਲਈਓ, ਉਹ ਦੇਖੋ ਤਾਂ ਉੱਪਰ ਪੋਟਾਸ਼ੀਅਮ ਲਿਖਿਆ ਹੁੰਦਾ, ਇੰਟਰਵੀਨਸ ਮਿਲ ਜਾਂਦਾ, ਉਹ ਸਿੱਧਾ ਇੰਟਰਵੇਨ ਚਲਾ ਦਿੰਦੇ ਹੋ। ਸਿੰਪਲ ਹੈ ਜੀ। ਬਹੁਤ ਬਹੁਤ ਧੰਨਵਾਦ। ਮੈਨੂੰ ਲੱਗਦਾ ਕਿ ਬਹੁਤ ਸਾਰੇ ਦਰਸ਼ਕਾਂ ਨੇ ਜਿਨ੍ਹਾਂ ਨੇ ਮੈਨੂੰ ਸਵਾਲ ਭੇਜੇ ਸੀਗੇ ਮੇਰੇ WhatsApp ਨੰਬਰ 9814844093 ਤੇ ਉਹ ਜਿਹੜੇ ਸਵਾਲ ਮੈਂ ਦਰਸ਼ਕਾਂ ਦੇ ਵਾਸਤੇ ਰਵਿੰਦਰ ਸਿੰਘ ਜੀ ਤੋਂ ਪੁੱਛੇ ਨੇ ਤੇ ਉਹਨਾਂ ਦੇ ਜਵਾਬ ਅੱਜ ਲਏ ਨੇ। ਤੁਹਾਨੂੰ ਵੀ ਬੇਨਤੀ ਹੈ ਵੀ ਜੇਕਰ ਕਿਸੇ ਨੇ ਕੋਈ ਆਪਣਾ ਸਵਾਲ ਪੁੱਛਣਾ ਹੋਵੇ, ਅਸੀਂ ਅਜਿਹੇ ਪ੍ਰੋਗਰਾਮ ਅਕਸਰ ਕਰਦੇ ਰਵਾਂਗੇ। ਤੁਸੀਂ ਸਾਨੂੰ ਅਲੱਗ-ਅਲੱਗ ਸਵਾਲ ਜਿਹੜੇ ਲਿਖ ਕੇ ਭੇਜੋ ਵੀ ਅਸੀਂ ਕੀ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਰਵਿੰਦਰ ਸਿੰਘ ਜੀ ਤੋਂ, ਕਿਹੜੀ ਸਮੱਸਿਆ ਦਾ ਜਵਾਬ ਲੈਣਾ ਚਾਹੁੰਦੇ ਹੋ, ਤੇ ਮੈਂ ਤੁਹਾਡਾ ਵਕੀਲ ਬਣ ਕੇ ਰਵਿੰਦਰ ਸਿੰਘ ਜੀ ਤੋਂ ਸਵਾਲਾਂ ਦੇ ਜਵਾਬ ਪੁੱਛਾਂਗਾ ਤੇ ਤੁਹਾਡੇ ਤੱਕ ਅਸੀਂ ਉਹਨਾਂ ਸਵਾਲਾਂ ਦੇ ਜਵਾਬ ਪਹੁੰਚਾਵਾਂਗੇ, ਤਾਂ ਕਿ ਤੁਹਾਡੇ ਨਾਲ ਜਿਹੜੇ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਸਮੱਸਿਆਵਾਂ ਸੇਮ ਹੁੰਦੀਆਂ ਨੇ ਤੇ ਉਹਨਾਂ ਦਾ ਵੀ ਫਾਇਦਾ ਹੋਵੇਗਾ। ਰਵਿੰਦਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਮੋਸਟ ਵੈਲਕਮ। ਸਤਿ ਸ਼੍ਰੀ ਅਕਾਲ। ਤੇ ਥੋੜ੍ਹਾ ਜਾਂਦਿਆਂ ਨੇ ਇਹ ਵੀ ਦੱਸ ਦਿਓ ਵੀ ਜਿਹੜੇ ਪ੍ਰੋਗਰਾਮ ਦੇ ਵਿੱਚ ਤੁਸੀਂ ਪੋਟਾਸ਼ੀਅਮ ਸਿਟਰੇਟ ਤੇ ਉਹ ਜਿਹੜਾ ਸਮਾਨ ਤੁਸੀਂ ਦੱਸਿਆ ਹੈਗਾ ਤੇ ਜਿਹੜਾ ਤੁਹਾਨੂੰ ਅਪਰੋਚ ਕਰਨਾ, ਉਹਦੇ ਸੰਬੰਧ 'ਚ ਜਾਣਕਾਰੀ ਕਿੱਥੇ ਲੱਭਦੇ ਭਟਕਦੇ ਫਿਰਨ ਬੰਦੇ? ਅਗਰ ਤੁਹਾਨੇ ਪ੍ਰੋਡਕਟ ਲੈਣੇ ਨੇ ਜਾਂ ਇਨਫੋਰਮੇਸ਼ਨ ਲੈਣੀ ਹੈ ਪ੍ਰੋਗਰਾਮ ਕਿਵੇਂ ਹੈ ਨਾ, ਜਾਂ ਕੋਚ ਬਣਨਾ ਚਾਹੁੰਦੇ ਹੋ, ਇਹ ਸਭ ਦੀ ਇਨਫੋਰਮੇਸ਼ਨ ਇਸ ਵਕਤ ਸਾਡੇ ਅਸਿਸਟੈਂਟਸ ਕੋਲ ਹੈ। ਪ੍ਰੋਡਕਟਸ ਜਿਹੜੇ ਸਾਰੀ ਸੇਲ ਕਰਨ 'ਚ ਹੈ ਅੰਸ਼ੁਲ ਜੀ, ਉਹਨਾਂ ਦਾ ਨੰਬਰ ਹੈ 8595754090, 8595754090। ਸਿਮੀ ਦਾ ਨੰਬਰ 8287714166, 8287714166। ਮੈਨੂੰ ਲੱਗਦਾ ਆਈ ਰਿਮੈਂਬਰ ਇਟ ਰਾਈਟ। ਉਹ ਸਿਮੀ ਦਾ ਨੰਬਰ ਹੈ। ਸਿਮੀ ਸਾਰੀ ਇਨਫੋਰਮੇਸ਼ਨ ਦੇ ਨੇ, ਕੋਚ ਬਣਨ ਦੀ, ਕੋਚਿੰਗ ਲੈਣ ਦੀ। ਕੋਚਿੰਗ ਹੁੰਦੀ ਹੈ, ਤੁਸੀਂ ਆਪ ਤੰਦਰੁਸਤ ਹੋਣਾ ਚਾਹੁੰਦੇ ਹੋ। ਕੋਚ ਬਣਨਾ, ਤੁਸੀਂ ਮੇਰੇ ਵਾਂਗੂ ਨੌਲੇਜ ਚਾਹੁੰਦੇ ਹੋ, ਕੋਚ ਬਣ ਕੇ ਲੋਕਾਂ ਦੀ ਮਦਦ ਕਰਨੀ। ਮੇਰਾ ਨੰਬਰ ਹੈ 9888475000। ਮੈਂ ਕਾਲਸ ਨਹੀਂ ਚੱਕਦਾ। ਹਾਂ, ਜੇ ਤੁਸੀਂ ਕੋਚ ਬਣਨਾ ਚਾਹੁੰਦੇ ਹੋ, ਤੁਸੀਂ ਮੈਨੂੰ WhatsApp 'ਤੇ ਮੈਸੇਜ ਲਿਖ ਕੇ ਭੇਜ ਦਿਓ ਕੋਚ। ਮੈਂ ਇੰਡੀਆ 'ਚ ਵੱਧ ਤੋਂ ਵੱਧ 5 ਜਾਂ 7 ਦਿਨ ਹੈ, ਤਾਂ ਮੈਂ ਕਾਲਾਂ ਦੇ ਮੈਂ ਐਕਸਪੈਕਟ ਵੀ ਨਾ ਕਰਿਓ ਮੈਂ ਕਾਲ ਚੱਕੂੰਗਾ ਨਾ, ਮੈਂ ਬਿਜ਼ੀ ਹੁੰਦਾ। ਤੁਸੀਂ ਮੈਨੂੰ ਮੈਸੇਜ ਲਿਖ ਸਕਦੇ ਹੋ WhatsApp 'ਤੇ, ਕੋਚ ਟ੍ਰੇਨਿੰਗ ਜਾਂ ਹੈਲਥ ਕੋਚਿੰਗ, ਫਿਰ ਤੁਹਾਨੂੰ ਮੈਂ ਦੱਸ ਦੂੰਗਾ ਕਿਹੜਾ ਬੰਦਾ ਤੁਹਾਡੀ ਹੈਲਪ ਕਰ ਸਕਦਾ। ਲਕਸ਼ ਦਾ ਨੰਬਰ ਮੈਂ ਪਾਸ ਦੀ ਵੀਡੀਓ ਦਿੱਤਾ, ਮੈਨੂੰ ਇਸ ਵਕਤ ਯਾਦ ਨਹੀਂ ਹੈ। ਜੇ ਕਈ ਲੋਕ ਕਹਿੰਦੇ ਮੈਨੂੰ ਕਿਹੜਾ ਵਿਟਾਮਿਨ, ਕਿਹੜਾ ਪ੍ਰੋਡਕਟ ਕਿਵੇਂ ਲੈਣਾ ਚਾਹੀਦਾ, ਕਿੰਨਾ ਲੈਣਾ ਚਾਹੀਦਾ, ਉਹ ਲਕਸ਼ ਦੱਸਦਾ, ਤਾਂ ਉਹਦਾ ਨੰਬਰ ਮੈਂ ਕੁਲਵੰਤ ਜੀ ਨੂੰ ਕਹਿ ਦੂੰਗਾ ਵੀਡੀਓ ਦੇ ਨੀਚੇ। ਇਹ ਤਿੰਨੋਂ ਨੰਬਰ ਮੈਂ ਵੀਡੀਓ ਦੇ ਨੀਚੇ ਚਲਵਾ ਦੂੰਗਾ ਤਾਂ ਕਿ ਲੋਕਾਂ ਨੂੰ ਪਤਾ ਹੋਏ ਕਿਹੜੀ ਚੀਜ਼ ਕਿੱਥੋਂ ਮਿਲਣੀ ਹੈ। ਹਾਂਜੀ, ਠੀਕ ਹੈ ਨਾ। ਬਹੁਤ ਬਹੁਤ ਧੰਨਵਾਦ ਜੀ। ਉਮੀਦ ਕਰਦੇ ਹਾਂ ਕਿ ਤੁਹਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਜਿਹੜੀ ਹੈ ਦਰਸ਼ਕਾਂ ਲਈ ਬਹੁਤ ਜ਼ਿਆਦਾ ਲਾਹੇਵੰਦ ਰਹੇਗੀ, ਉਹਨਾਂ ਨੂੰ ਫਾਇਦਾ ਹੋਵੇਗਾ ਤੇ ਉਹ ਤੁਹਾਨੂੰ ਵੀ ਅਸੀਸਾਂ ਦੇਣਗੇ ਤੇ ਮੈਨੂੰ ਵੀ ਅਸੀਸਾਂ ਦੇਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੋਸਟ ਵੈਲਕਮ ਜੀ, ਥੈਂਕ ਯੂ। ਸ਼ੁਕਰੀਆ ਜੀ। ਉਮੀਦ ਕਰਦੇ ਹਾਂ ਕਿ ਜਿਹੜੀ ਜਾਣਕਾਰੀ ਰਵਿੰਦਰ ਸਿੰਘ ਜੀ ਤੋਂ ਲਿੱਤੀ ਹੈ ਇਹ ਤੁਹਾਨੂੰ ਪਸੰਦ ਆਈ ਹੋਵੇਗੀ, ਤੇ ਜੇ ਪਸੰਦ ਆਈ ਹੈ ਤੇ ਜਦੋਂ ਤੁਹਾਨੂੰ ਇਹ ਜਿਹੜੀ ਇਸ ਜਾਣਕਾਰੀ ਤੋਂ ਕੋਈ ਫਾਇਦਾ ਹੁੰਦਾ ਹੈ, ਤੁਸੀਂ ਠੀਕ ਹੁੰਦੇ ਹੋ, ਤੁਹਾਡਾ ਕੋਈ ਸਿਹਤ ਠੀਕ ਹੁੰਦੀ ਹੈ, ਤੇ ਇੱਕ ਉਮੀਦ ਅਸੀਂ ਤੁਹਾਡੇ ਤੋਂ ਵੀ ਕਰਾਂਗੇ ਕਿ ਤੁਸੀਂ ਇਸ ਦੀ ਵੀਡੀਓ ਬਣਾ ਕੇ ਫ਼ੋਨ ਨੂੰ ਟੇਢਾ ਕਰ ਲੈਣਾ। ਫ਼ੋਨ ਨੂੰ ਐਦਾਂ ਕਰਕੇ ਨਹੀਂ, ਤੁਸੀਂ ਫ਼ੋਨ ਦੀ ਵੀਡੀਓ ਬਣਾਉਣੀ, ਫ਼ੋਨ ਨੂੰ ਐਦਾਂ ਕਰਕੇ ਜਿਹੜੀ ਹੈ ਤੁਸੀਂ ਫ਼ੋਨ ਦੇ ਵਿੱਚ ਆਪਣੀ ਵੀਡੀਓ ਬਣਾ ਕੇ ਤੇ ਤੁਸੀਂ ਉਹ ਸਾਨੂੰ
ਸੈਂਡ ਕਰ ਦੇਣੀ ਹੈ। 2 ਮਿੰਟ ਦੀ ਵੀਡੀਓ ਬਹੁਤ ਰਹੇਗੀ, 2-3 ਮਿੰਟ ਦੀ। ਕਿਸੇ ਨੂੰ ਵੀ ਸੈਂਡ ਕਰ ਸਕਦੇ ਹੋ। ਇਹਨਾਂ ਦਾ ਨੰਬਰ 8595 ਨਾ, ਇਹਨਾਂ ਦਾ ਨੰਬਰ ਹੈਗਾ 9884 75000। ਅੰਸ਼ੁਲ ਜੀ ਦਾ ਨੰਬਰ ਹੈ 8595 75 4090। ਮੇਰਾ ਨੰਬਰ ਹੈ 98 148 43093 ਅਤੇ ਸਿਮੀ ਦਾ ਨੰਬਰ ਹੈ 82 870 14 166। ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਜਿਹੜਾ ਇਹ ਵੀਡੀਓ ਕਿਸੇ ਵੀ ਨੰਬਰ ਦੇ ਉੱਤੇ ਤੁਸੀਂ ਸੈਂਡ ਕਰ ਸਕਦੇ ਹੋ। ਅਤੇ ਉਹ ਮੇਰਾ ਇਹ ਵਾਅਦਾ ਹੈ ਕਿ ਅਸੀਂ ਤੁਹਾਡੇ ਵੱਲੋਂ ਭੇਜੀ ਗਈ ਵੀਡੀਓ ਜਿਹੜੀ ਹੈ ਉਹ ਸਾਡੀ ਡਿਸਕਸ਼ਨ ਵਾਲੀ ਵੀਡੀਓ ਦੇ ਵਿੱਚ ਜ਼ਰੂਰ ਲਾਵਾਂਗੇ, ਤਾਂ ਕਿ ਪਬਲਿਕ ਨੂੰ ਇਹ ਪਤਾ ਲੱਗੇ ਕਿ ਇਹ ਜਿਹੜੇ ਹੈ ਪ੍ਰੋਗਰਾਮ ਜਿਹੜੇ ਅਸੀਂ ਕਰ ਰਹੇ ਹਾਂ ਇਹਨਾਂ ਤੋਂ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋ ਰਿਹਾ। ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ, ਅਤੇ ਜੇ ਪਸੰਦ ਆਈ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਜਿੰਨਾ ਹੋ ਸਕਦਾ ਸ਼ੇਅਰ ਕਰੋ, ਕਿਉਂਕਿ ਇਹ ਵੀਡੀਓ ਇੱਕ ਅਜਿਹੀ ਜਾਣਕਾਰੀ ਵਾਲੀ ਵੀਡੀਓ ਹੈ ਜਿਹੜੀ ਕਿ ਆਮ ਲੋਕਾਂ ਦੀ ਜਿਹੜੀ ਹੈ ਉਹ ਸਵਾਲ ਨੇ, ਅਤੇ ਆਮ ਲੋਕਾਂ ਦੇ ਸਵਾਲ ਜਿਹੜੇ ਨੇ ਉਹ ਲਗਭਗ ਸਾਰਿਆਂ ਦੇ ਸਮੱਸਿਆਵਾਂ ਇੱਕੋ ਜਿਹੀਆਂ ਹੁੰਦੀਆਂ ਨੇ। ਅਤੇ ਜੇਕਰ ਇੱਕ ਬੰਦੇ ਨੂੰ ਵੀ ਇਸ ਦਿੱਤੀ ਗਈ ਜਾਣਕਾਰੀ ਨਾਲ ਫਾਇਦਾ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ। ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ, ਸਾਡੇ ਚੈਨਲ ਨਿਊਜ਼ ਏਸ਼ੀਆ ਹਿੰਦੀ, ਆਵਾਜ਼ੇ ਪੰਜਾਬ ਅਤੇ ਫੇਸਬੁੱਕ ਪੇਜ ਨਿਊਜ਼ ਏਸ਼ੀਆ ਪੰਜਾਬੀ ਨੂੰ ਲਾਈਕ, ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।